ਅੱਜ ਵੀ ਹੁਣ मैं ਜਦੋਂ ਇੱਥੇ ਆ ਰਿਹਾ ਸੀਗਾ ਤਾਂ मैं ਵੇਖ ਰਿਹਾ ਸੀਗਾ ਕਿ ਜ਼ਰੂਰੀ ਦੁਕਾਨਾਂ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਦੁਕਾਨ ਜਿਹੜੀ ਮੈਨੂੰ ਲੱਗੀ ਹੈ ਉਹ ਸ਼ਰਾਬ ਦੀ ਹੈ ਸਰਕਾਰ ਦੇ ਮੁਤਾਬਕ, ਕਿਉਂਕਿ ਸ਼ਰਾਬ ਦੇ ਠੇਕੇ ਖੁੱਲੇ ਨੇ। ਠੇਕਾ ਸ਼ਰਾਬ ਅੰਗਰੇਜ਼ੀ ਤੇ ਦੇਸੀ। ਸਰਕਾਰ ਕਹਿੰਦੀ ਕਿ ਘਰੀ ਬੰਦ ਹੋ ਕੇ ਰਹੋ, ਪਰ ਇਹ ਘਰਾਂ ਚੋਂ ਬਾਹਰ ਨਿਕਲ ਕੇ ਇੱਥੇ ਆਏ ਨੇ। ਸ਼ਾਇਦ ਇਹਨਾਂ ਨੂੰ ਇਹ ਲੱਗਦਾ ਹੈਗਾ ਕਿ ਅਸੀਂ ਕਰੋਨਾ ਦੇ ਨਾਲ ਮਰਨ ਦੀ ਜਗ੍ਹਾ ਤੇ ਕਿਤੇ ਇਹ ਨਾ ਹੋਵੇ ਭੁੱਖੇ ਤਿਹਾਏ ਮਰ ਜਾਈਏ। ਜਿਹੜੇ ਆ ਮਾਹਿਰ ਵੀ ਦੇਸ਼ ਦੇ ਵਿੱਚ ਕਹਿ ਰਹੇ ਨੇ ਕਿ ਕਰੋਨਾ ਵਾਇਰਸ ਤੋਂ ਜਿਹੜਾ ਬਚਣ ਦਾ ਲਾਕਡਾਊਨ ਕੋਈ ਪਰਮਾਨੈਂਟ ਹੱਲ ਨਹੀਂ ਆ। ਕਹਿੰਦੇ ਦੂਰੀ ਬਣਾਓ, ਤੇ ਜਿਹੜੇ ਗਰੀਬ ਲੋਕ ਆ ਉਹ ਤਾਂ ਇੱਕ ਇੱਕ ਝੁੱਗੀ ਦੇ ਵਿੱਚ 10-10 ਜਣੇ ਵੀ ਰਹਿੰਦੇ ਆ, ਤਾਂ ਫਿਰ ਉੱਥੇ ਤਾਂ ਦੂਰੀ ਬਣਦੀ ਨਹੀਂ। ਪਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਕਿੱਦਾਂ ਸਮਝਾਉਣਾ ਚਾਹੋਗੇ? ਉਹ ਤਾਂ ਕਹਿੰਦੇ ਕਰੋਨਾ ਆਉਂਦਾ 5 ਵਜੇ ਆਉਂਦਾ ਤੇ ਸਵੇਰ ਨੂੰ 5 ਵਜੇ ਜਾਂਦਾ। ਫਿਰ ਉਹ ਗੈਰ ਜ਼ਰੂਰੀ ਜ਼ਰੂਰੀ ਇਹ ਸਰਕਾਰਾਂ ਦੱਸਣਗੀਆਂ। ਹਰੇਕ ਦੁਕਾਨਦਾਰ ਜ਼ਰੂਰੀ ਆ, ਉਹਦੀ ਰੋਜੀ ਰੋਟੀ ਜੁੜੀ ਹੋਈ ਆ। ਜਿਹੜਾ ਪਿੰਡ ਵਾਲਾ ਕਾਰੀਗਰ ਹੈਗਾ ਉਹ ਕਹਿੰਦਾ ਮੈਂ ਨਹੀਂ ਆਉਣਾ ਸ਼ਹਿਰ ਨੂੰ। ਕਹਿੰਦਾ ਕਿਉਂ ਨਹੀਂ ਆਉਣਾ? ਕਹਿੰਦਾ ਜੇ ਮੈਂ ਸ਼ਹਿਰ ਆਇਆ ਤੇ ਲੋਕਡਾਊਨ ਹੈਗਾ ਤੇ ਪੁਲਿਸ ਨੇ ਕੁੱਟ-ਕੁੱਟ ਕੇ ਮੇਰੀ ਢੂਈ ਲਾਲ ਕਰ ਦੇਣੀ ਆ। ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਜੇ ਸਰਕਾਰ ਨੇ ਜਲਦ ਤੋਂ ਜਲਦ ਲੋਕਾਂ ਦੀਆਂ ਤਕਲੀਫਾਂ ਨੂੰ ਸੁਣ ਕੇ ਸਮਝ ਕੇ ਜੇ ਇਹ ਜਿਹੜੀਆਂ ਹਦਾਇਤਾਂ ਵਾਪਸ ਨਾ ਲਈਆਂ ਔਰ ਲੋਕਾਂ ਨੂੰ ਆਪਣੇ ਜਿਹੜੇ ਕਾਰੋਬਾਰ ਕਰਨ ਦੀ ਨਾ ਸਹੂਲਤ ਦਿੱਤੀ ਤਾਂ ਅਸੀਂ ਜਲਦ ਤਿੱਖਾ ਸੰਘਰਸ਼ ਕਰਾਂਗੇ। ਸਬਜ਼ੀ ਵਾਲੀਆਂ ਖੁੱਲ੍ਹਦੀਆਂ ਤਾਂ ਹੈ ਜੀ, ਜਿੱਦਾਂ ਸ਼ਨੀ ਐਤਵਾਰ ਬਿਲਕੁਲ ਬੰਦ ਰਹਿੰਦੀਆਂ ਵਾ। ਜਿਹੜਾ ਸਾਡਾ ਸੌਦਾ ਵੱਜ ਜਾਂਦਾ ਸ਼ੁੱਕਰਵਾਰ ਨੂੰ, ਸਾਨੂੰ ਸਾਰਾ ਦੂਜੇ ਸੋਮਵਾਰ ਨੂੰ ਆ ਕੇ ਸਾਰਾ ਸੁੱਟਣਾ ਪੈਂਦਾ। ਜੋ ਵੀ ਹੁਕਮ ਦੇਣਾ ਹੁੰਦਾ ਆਪਣਾ ਥੋੜਾ ਜਿਹਾ ਮੂੰਹ ਸੰਭਾਲ ਕੇ ਹੁਕਮ ਦਿਆ ਕਰੋ, ਕਿਉਂਕਿ ਜਿਹੜੇ ਸਾਡੇ ਕੰਮ ਨੂੰ ਗੈਰ ਜ਼ਰੂਰੀ ਤੁਸੀਂ ਕਹਿ ਰਹੇ ਆ ਨਾ, ਉਹ ਸਾਡੀ ਰੋਜੀ ਰੋਟੀ ਆ। ਮੈਂ ਅੱਜ ਮਜ਼ਦੂਰੀ ਕਰਦਾ ਜੀ। ਅੱਛਾ, ਮੈਂ ਸ਼ੋਪ ਤੇ ਲੱਗਾ ਪਿਆ। ਮੈਂ ਕੰਮ ਤੋਂ ਵੀ ਆਵਾਜ਼ਾਰ ਹੋ ਕੇ ਬੈਠਾ ਪਿਆ ਜੀ। ਘਰ ਵਿਹਲੇ ਬੈਠੇ ਪਏ ਆ। ਬੱਚਿਆਂ ਦੀਆਂ ਪੜ੍ਹਾਈਆਂ ਦੀਆਂ ਫੀਸਾਂ ਲੈ ਰਹੇ ਆ, ਸਕੂਲਾਂ ਦੇ ਦਾਖਲੇ ਹੋ ਰਹੇ ਆ ਤੇ ਉਹ ਕਹਿੰਦੇ ਸਕੂਲ ਵਾਲੇ ਕਹਿੰਦੇ ਕਿ ਦਾਖਲੇ ਕਰਾਓ, ਪੈਸੇ ਦਿਓ। ਅੱਛਾ, ਉਹ ਤਾਂ ਜੇ ਦਾਖਲੇ ਤਾਂ ਹੋਣੇ, ਨਾਲੇ ਉਹ ਘਰ ਬੱਚੇ ਬੈਠੇ ਪਏ ਆ, ਉਹਨਾਂ ਦੀਆਂ ਫੀਸਾਂ ਵੀ ਸਾਨੂੰ ਦੇਣੀਆਂ ਪੈ ਰਹੀਆਂ। ਮਜ਼ਦੂਰ ਬੰਦਾ ਦੱਸੋ ਕਿੱਥੇ ਜਾਵੇ? ਸਾਡਾ ਆਪਣਾ ਕੋਸਮੈਟਿਕ ਦਾ ਕੰਮ ਹੈਗਾ ਜੀ। ਮੇਰੀ ਵਾਈਫ ਕਰਦੇ ਆ, ਉਹਨਾਂ ਦਾ ਪਾਰਲਰ ਦਾ ਹੈਗਾ, ਮੇਰਾ ਕੋਸਮੈਟਿਕ ਦਾ ਹੈਗਾ ਜੀ। ਅਸੀਂ ਕਰਦੇ ਹਾਂ। ਹੁਣ ਜ਼ਰੂਰੀ ਤਾਂ ਹਰੇਕ ਚੀਜ਼ ਹੈਗੀ ਆ। ਕਾਹਦੀ ਜੌਬ ਕਰਦੇ? ਮੈਂ ਵਰਧਮਾਨ ਤੇ ਫੈਕਟਰੀ 'ਚ ਕੰਮ ਕਰਦਾ ਹਾਂ। ਇਹ ਪੁੱਛਣਾ ਚਾਹੁੰਦਾ ਕਿ 3 ਦਿਨ ਦੇ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਕੁਝ ਦਿੱਤਾ? ਉਹ ਬੰਦੇ ਭੁੱਖੇ ਦੇ ਪਹਿਲਾਂ ਬਿਮਾਰੀ ਦਾ ਮਰਨਾ ਨਹੀਂ, ਉਹ ਭੁੱਖੇ ਮਰ ਜਾਣਾ ਉਹਨਾਂ ਨੇ। ਸਰਕਾਰ ਸਾਡੇ ਅਕਾਊਂਟਾਂ ਦੇ ਵਿੱਚ 50-50 ਰੁਪਏ ਮਹੀਨਾ ਪਾ ਦੇਵੇ। ਮੈਂ ਕਿਹਾ ਜੇ ਅਸੀਂ ਬਾਹਰ ਨਿਕਲ ਗਏ ਜਾਂ ਬਾਹਰ ਸਰਕਾਰ ਨੂੰ ਦਿਸ ਗਏ ਤਾਂ ਗੋਲੀ ਦਾ ਆਰਡਰ। ਉਹ ਕਹਿੰਦਾ ਜੇ ਮੈਂ ਦੁਕਾਨ ਖੋਲੀ ਤਾਂ ਪੁਲਿਸ ਮੇਰੇ ਆ ਡੰਡੇ ਫੇਰ ਕੇ ਮੇਰੇ ਨੂੰ ਐਂ ਰੱਦੀ ਕਰ ਦੇਣਾ। ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ, ਜੇ ਇਹ ਫੈਸਲਾ ਨਾ ਬਦਲਿਆ ਤੇ ਹੁਸ਼ਿਆਰਪੁਰ ਕੇ ਕੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਆ, ਸਾਂਝਾ ਫਰੰਟ ਸਾਰਿਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰੂਗਾ। ਬਹੁਤ ਸਾਰੇ ਲੋਕ ਸਾਡੇ ਪੰਜਾਬ ਦੇ ਇਦਾਂ ਦੇ ਹੋਣਗੇ ਜਿਹੜੇ ਜਦੋਂ ਠੇਕੇ ਮੁਰ ਦੀ ਲੰਘਦੇ ਹੋਣੇ ਨਾ, ਜਦੋਂ ਠੇਕਾ ਖੁੱਲ੍ਹਾ ਦੇਖਦੇ ਆ ਉਹਨਾਂ 'ਚ ਜਾਨ ਪੈ ਜਾਂਦੀ ਹੋਣੀ ਆ। ਕਹਿੰਦੇ ਨੇ ਸ਼ੁਕਰ ਆ ਠੇਕਾ ਖੁੱਲ੍ਹਾ ਆ। ਪੰਜਾਬ ਦੀ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਦੀ ਜਾਨ ਬਚਾਉਣ ਵਾਸਤੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ। ਸਰਕਾਰਾਂ ਦਾ ਕਹਿਣਾ ਹੈਗਾ ਕਿ ਸਾਨੂੰ ਲੋਕਾਂ ਦੀ ਜਾਨ ਦੀ ਬੜੀ ਚਿੰਤਾ ਆ। ਅਸੀਂ ਚਾਹੁੰਦੇ ਹਾਂ ਕਿ ਲੋਕ ਤੰਦਰੁਸਤ ਰਹਿਣ, ਜਿਹਦੇ ਕਰਕੇ ਉਹ ਆਪਣੇ ਘਰਾਂ ਵਿੱਚ ਹੀ ਰਹਿਣ। ਪਰ ਸਰਕਾਰ ਦਾ ਕਹਿਣਾ ਹੈਗਾ, ਪੰਜਾਬ ਗੌਰਮੈਂਟ ਨੇ ਵੀ ਹਦਾਇਤਾਂ ਨਵੀਆਂ ਜਾਰੀ ਕੀਤੀਆਂ ਨੇ ਕਿ ਜਿਹੜੀਆਂ ਗੈਰ ਜ਼ਰੂਰੀ ਦੁਕਾਨਾਂ ਨੇ ਉਹ ਬੰਦ ਰਹਿਣਗੀਆਂ। ਮੈਂ ਕੱਲ੍ਹ ਵੀ ਤੁਹਾਨੂੰ ਆਖਿਆ ਸੀਗਾ ਕਿ ਗੈਰ ਜ਼ਰੂਰੀ ਦੁਕਾਨਾਂ ਜਿਹੜੀਆਂ ਨੇ, ਕੱਲ੍ਹ ਬਾਜ਼ਾਰ ਵਿੱਚ ਘੁੰਮਣ ਗਏ ਸੀਗੇ, ਦੇਖਣ ਗਏ ਸੀਗੇ, ਨਿਸ਼ਾਨਦੇਹੀ ਕਰਨ ਗਏ ਸੀਗੇ ਆਪਾਂ ਕਿ ਗੈਰ ਜ਼ਰੂਰੀ ਦੁਕਾਨਾਂ ਕਿਹੜੀਆਂ ਨੇ ਤੇ ਜ਼ਰੂਰੀ ਦੁਕਾਨਾਂ ਕਿਹੜੀਆਂ ਨੇ। ਅੱਜ ਵੀ ਹੁਣ ਮੈਂ ਜਦੋਂ ਇੱਥੇ ਆ ਰਿਹਾ ਸੀਗਾ ਤਾਂ ਮੈਂ ਵੇਖ ਰਿਹਾ ਸੀਗਾ ਕਿ ਜ਼ਰੂਰੀ ਦੁਕਾਨਾਂ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਦੁਕਾਨ ਜਿਹੜੀ ਮੈਨੂੰ ਲੱਗੀ ਹੈ ਉਹ ਸ਼ਰਾਬ ਦੀ ਹੈ ਸਰਕਾਰ ਦੇ ਮੁਤਾਬਕ, ਕਿਉਂਕਿ ਸ਼ਰਾਬ ਦੇ ਠੇਕੇ ਖੁੱਲੇ ਨੇ। ਠੇਕਾ ਸ਼ਰਾਬ ਅੰਗਰੇਜ਼ੀ ਤੇ ਦੇਸੀ ਐਨ। ਮੈਂ ਵੇਖ ਰਿਹਾ ਸੀਗਾ ਕਿ ਉੱਥੇ ਮਤਲਬ ਕਿ ਨਾ ਠੇਕਿਆਂ ਦੇ ਬਾਹਰ ਜਦੋਂ ਰਾਤ ਪੈਂਦੀ ਆ ਲੜੀਆਂ ਵੀ ਜਗਦੀਆਂ ਹੁੰਦੀਆਂ ਉੱਥੇ, ਭਈ ਦੂਰੋਂ ਪਤਾ ਲੱਗ ਜਾਵੇ ਲਵੀ ਉਹ ਸੋ ਠੇਕਾ ਉਹਦੀ ਨਿਸ਼ਾਨਦੇਹੀ ਮੈਂ ਕਰਕੇ ਆਇਆ ਕਿ ਸਰਕਾਰ ਦੇ ਮੁਤਾਬਕ, ਪੰਜਾਬ ਦੀ ਸਰਕਾਰ ਦੇ ਮੁਤਾਬਕ ਸ਼ਰਾਬ ਦਾ ਠੇਕਾ ਉਹ ਜ਼ਰੂਰੀ ਚੀਜ਼ ਹੈ, ਪਰ ਬੱਚਿਆਂ ਦੇ ਜਿਹੜੇ ਸਕੂਲ ਹੈਗੇ ਨੇ ਉਹ ਗੈਰ ਜ਼ਰੂਰੀ ਹੈ। ਕਿਤਾਬਾਂ ਗੈਰ ਜ਼ਰੂਰੀ ਨੇ, ਕਾਪੀਆਂ ਪੈਨ ਉਹ ਗੈਰ ਜ਼ਰੂਰੀ ਹੈ ਕਿਉਂਕਿ ਦੁਕਾਨਾਂ ਬੰਦ ਨੇ। ਲੱਕੜ ਦੇ ਕਾਰੋਬਾਰ ਬੰਦ ਹੈਗੇ ਆ ਤੇ ਹੋਰ ਬਹੁਤ ਸਾਰੇ ਕਾਰੋਬਾਰ। ਕੱਪੜੇ ਦੀਆਂ ਦੁਕਾਨਾਂ ਬੰਦ ਨੇ, ਕੱਪੜੇ ਵਾਲੇ ਪਿੱਟ ਰਹੇ ਆ, ਹੋਰ ਦੁਕਾਨਦਾਰ ਪਿੱਟ ਰਹੇ ਹੈਗੇ ਆ।
ਕਿ ਅਸੀਂ ਕੀ ਰੋਟੀ ਨਹੀਂ ਖਾਣੀ ਹੈਗੀ। ਬਹੁਤ ਸਾਰੇ ਲੋਕ ਆ, ਜਿੱਥੇ ਆਪਾਂ ਪ੍ਰੈਸ ਕਾਨਫਰੰਸ ਹੋ ਕੇ ਹਟੀ ਆ, ਆਪਾਂ ਇੱਥੇ ਸੱਜਣ ਹੈਗੇ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਹੁਸ਼ਿਆਰਪੁਰ ਸ਼ਹਿਰ ਦੇ ਦੁਕਾਨਦਾਰ ਵੀ ਹੈਗੇ ਨੇ, ਸਾਂਝੇ ਫਰੰਟ ਦੇ ਨੌਜਵਾਨ ਹੈਗੇ ਨੇ, ਆਗੂ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਇਹ ਸਾਰੇ ਸੱਜਣ ਸ਼ਾਇਦ ਇਸ ਕਰਕੇ ਇੱਥੇ ਆਏ ਹੈਗੇ ਆ। ਸਰਕਾਰ ਕਹਿੰਦੀ ਕਿ ਘਰੀਂ ਬੰਦ ਹੋ ਕੇ ਰਹੋ, ਪਰ ਇਹ ਘਰਾਂ ਚੋਂ ਬਾਹਰ ਨਿਕਲ ਕੇ ਇੱਥੇ ਆਏ ਨੇ। ਸ਼ਾਇਦ ਇਹਨਾਂ ਨੂੰ ਇਹ ਲੱਗਦਾ ਹੈਗਾ ਕਿ ਅਸੀਂ ਕਰੋਨਾ ਦੇ ਨਾਲ ਮਰਨ ਦੀ ਜਗ੍ਹਾ ਤੇ ਕਿਤੇ ਇਹ ਨਾ ਹੋਵੇ ਭੁੱਖੇ ਤਿਹਾਏ ਮਰ ਜਾਈਏ। ਆਪਾਂ ਕਰਦੇ ਹਾਂ ਗੱਲਬਾਤ ਜੀ। ਲਾਰੈਂਸ ਚੌਧਰੀ ਜੀ ਮੇਰੇ ਨਾਲ ਹੈਗੇ ਨੇ, ਗੁਰਨਾਮ ਸਿੰਘ ਸਿੰਗੜੀ ਵਾਲਾ, ਵਿਕਾਸ ਹੰਸ ਜੀ ਤੇ ਹੋਰ ਸਾਰੇ ਆਗੂ। ਚੌਧਰੀ ਜੀ ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਕਹਿੰਦੀ ਹੈ ਅੰਦਰ ਬੈਠੋ, ਤੁਸੀਂ ਬਾਹਰ ਆ ਕੇ ਬੈਠੇ ਹੋ। ਦੇਖੋ, ਇਹ ਤਾਂ ਅੱਜ ਤੱਕ ਜਿਹੜੇ ਆ ਮਾਹਿਰ ਵੀ ਦੇਸ਼ ਦੇ ਵਿੱਚ ਕਹਿ ਰਹੇ ਨੇ ਕਿ ਕਰੋਨਾ ਵਾਇਰਸ ਤੋਂ ਜਿਹੜਾ ਬਚਣ ਦਾ ਲਾਕਡਾਊਨ ਕੋਈ ਪਰਮਾਨੈਂਟ ਹੱਲ ਨਹੀਂ ਆ। ਜੇ ਇਹ ਮਾਹਿਰ ਗੱਲ ਕਹਿ ਰਹੇ ਨੇ, ਵਿਗਿਆਨੀ ਇਹ ਗੱਲ ਕਹਿ ਰਹੇ ਨੇ, ਤਾਂ ਫਿਰ ਇਹ ਜਿਹੜੀ ਸਰਕਾਰ ਆ, ਇਹ ਅੱਜ ਤੱਕ ਲੋਕਾਂ ਨੂੰ ਕਿਉਂ ਨਹੀਂ ਸਮਝਾ ਸਕੀ ਕਿ ਜਿਹੜਾ ਲੋਕਾਂ ਨੂੰ ਹੁੜਨ ਦੇ ਨਾਲ ਇਹ ਬਿਮਾਰੀ ਜਿਹੜੀ ਆ ਰੋਕੀ ਜਾ ਸਕਦੀ। ਜੇ ਹੁੜਨ ਦੀ ਗੱਲ ਆ, ਕਹਿੰਦੇ ਦੂਰੀ ਬਣਾਓ, ਤੇ ਜਿਹੜੇ ਗਰੀਬ ਲੋਕ ਆ ਉਹ ਤਾਂ ਇੱਕ ਇੱਕ ਝੁੱਗੀ ਦੇ ਵਿੱਚ 10-10 ਜਣੇ ਵੀ ਰਹਿੰਦੇ ਆ, ਤਾਂ ਫਿਰ ਉੱਥੇ ਤਾਂ ਦੂਰੀ ਬਣਦੀ ਨਹੀਂ। ਨਾਲੇ 5 ਵਜੇ ਤੱਕ ਹੀ, ਹੁਣ ਜਿਹੜੇ 5 ਵਜੇ ਨੂੰ ਹੁਣ ਮੰਨ ਲਓ ਮੰਡੀ ਜਾਂਦੇ ਲੋਕੀ, ਉਹ ਤਾਂ 5 ਵਜੇ ਜਾ ਕੇ ਕਰੋਨਾ ਲੈ ਆਏ ਘਰ ਨੂੰ। ਉਹ ਤੇ ਮੈਂ ਵੇਖਦਾ ਕਿ 4:30 ਵਜੇ ਸ਼ਹਿਰ ਦੇ ਹਾਲਾਤ ਵੇਖਣ ਵਾਲੇ ਹੁੰਦੇ ਆ ਮੰਡੀਆਂ ਦੇ, ਬੰਦੇ ਤੇ ਬੰਦਾ ਚੜਿਆ ਹੁੰਦਾ, ਉਹ ਤੇ ਬਿਮਾਰੀ ਸਗੋਂ ਜ਼ਿਆਦਾ ਫੈਲਦੀ ਹੈ ਇੱਦਾਂ। ਦੇਖੋ, ਜਿਹੜਾ ਬੰਦਾ ਕਾਰੋਬਾਰ ਕਰਦਾ ਨਾ, ਕੰਮ ਕਰਦਾ, ਐਕਟਿਵ ਰਹਿੰਦਾ, ਉਹਦੇ ਨੇੜੇ ਤਾਂ ਪਹਿਲੀ ਗੱਲ ਕੋਈ ਬਿਮਾਰੀ ਨਹੀਂ ਆਉਂਦੀ। ਇਹ ਬਿਮਾਰੀ ਜਿਹੜੀ ਆ, ਇਹਨੂੰ ਹਾਲੇ ਤੱਕ ਜਿਹੜੇ ਮਾਹਿਰ ਡਾਕਟਰ ਆ ਉਹ ਇਹ ਕਹਿ ਰਹੇ ਆ ਕਿ ਜਿਹੜੇ ਲੋਕ ਪਹਿਲਾਂ ਤੋਂ ਹੀ ਕਈ ਰੋਗਾਂ ਦੇ ਸ਼ਿਕਾਰ ਨੇ, ਜਿੱਦਾਂ ਡਾਇਬੀਟੀਜ਼ ਦੇ ਸ਼ਿਕਾਰ ਨੇ, ਕਿਡਨੀ ਦੇ ਰੋਗੀ ਨੇ, ਜਾਂ ਹਾਰਟ ਪੇਸ਼ੈਂਟ ਨੇ, ਉਹਨਾਂ ਦੀ ਜਿਹੜੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਆ। ਇਸ ਕਰਕੇ ਜਦੋਂ ਸੀਜ਼ਨ ਬਦਲਦਾ ਹੈ ਤੇ ਉਹਨਾਂ ਨੂੰ ਕੋਈ ਨਾ ਕੋਈ ਵਾਇਰਸ ਹੁੰਦਾ ਆ, ਇਹ ਉਹਨਾਂ ਦਾ ਨਾਂ ਦੇ ਰਹੇ ਆ। ਤੇ ਇਹ ਤੁਸੀਂ ਕਹਿੰਦੇ ਆ ਕਿ ਕਰੋਨਾ ਨਹੀਂ ਆਉਂਦਾ ਤੰਦਰੁਸਤ ਬੰਦੇ ਨੂੰ, ਪਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਕਿੱਦਾਂ ਸਮਝਾਉਣਾ ਚਾਹੋਗੇ? ਉਹ ਤਾਂ ਕਹਿੰਦੇ ਕਰੋਨਾ ਆਉਂਦਾ ਆ, 5 ਵਜੇ ਆਉਂਦਾ ਤੇ ਸਵੇਰ ਨੂੰ 5 ਵਜੇ ਜਾਂਦਾ। ਫਿਰ ਉਹ ਵੈਸੇ ਇਹਦੇ ਬਾਰੇ ਤਾਂ ਜ਼ਿਆਦਾ ਕੈਪਟਨ ਸਾਹਿਬ ਹੀ ਦੱਸ ਸਕਦੇ ਆ, ਪਰ ਮੈਨੂੰ ਇਹ ਸਮਝ ਨਹੀਂ ਆਉਂਦੀ। ਕੈਪਟਨ ਸਾਹਿਬ ਸਿਆਸੀ ਬੰਦੇ ਨੇ, ਉਹ ਡਾਕਟਰ ਨਹੀਂ ਆ, ਤੇ ਉਹ ਸਿਆਸਤ ਘੱਟ ਕਰਦੇ ਆ। ਡਾਕਟਰਾਂ ਦਾ ਕੰਮ ਚੰਡੀਗੜ੍ਹ ਬੈਠੇ ਆਪਣੇ ਵਿਦੇਸ਼ੀ ਮਹਿਮਾਨਾਂ ਕੋ ਜ਼ਿਆਦਾ ਕਰਦੇ ਆ। ਲੋਕਾਂ ਨੇ ਤਾਂ ਕੈਪਟਨ ਸਾਹਿਬ ਨੂੰ ਚੁਣਿਆ ਇਸ ਕਰਕੇ ਸੀ ਕਿ ਉਹ ਲੋਕਾਂ ਵਿੱਚ ਵਿਚਰਨਗੇ, ਕੋਈ ਸੰਗਤ ਦਰਸ਼ਨ ਕਰਨਗੇ। ਉਹ ਵਿਦੇਸ਼ੀ ਮਹਿਮਾਨਾਂ ਦੇ ਸੰਗਤ ਕਰਦੇ ਰਹਿੰਦੇ 24 ਘੰਟੇ, ਪਰ ਲੋਕਾਂ ਦੇ ਕਦੀ ਦਰਸ਼ਨ ਨਹੀਂ ਕਰਦੇ। ਸੋ ਇਸ ਕਰਕੇ ਲੋਕ ਉਹਨਾਂ ਤੋਂ ਤੰਗ ਆ, ਕਿਉਂਕਿ ਉਹਨਾਂ ਨੂੰ ਜ਼ਮੀਨੀ ਹਕੀਕਤ ਦਾ ਕੋਈ ਪਤਾ ਨਹੀਂ ਕਿ ਲੋਕ ਕਿੱਦਾਂ ਤਰਾਹ ਕਰਦੇ ਆ। ਇੱਕ ਮਜ਼ਦੂਰ ਬੰਦਾ ਜਿਹਨੇ ਮਜ਼ਦੂਰੀ ਕਰਨੀ ਤਾਂ ਉਹਦੇ ਨਾਲ ਰੋਟੀ ਖਾਣੀ, ਉਹ ਕਦੀ ਵੀ ਇਹੋ ਜਿਹੀਆਂ ਪਾਬੰਦੀਆਂ 'ਚ ਜੀ ਨਹੀਂ ਸਕਦਾ। ਉਹ ਤਾਂ ਕਰੋਨਾ ਨਾਲੋਂ ਪਹਿਲਾਂ ਮਰਨ ਦੇ ਸੋਚੇਗਾ ਵੀ ਕਰੋਨਾ ਨੇ ਤਾਂ ਮੈਨੂੰ ਕੱਲ੍ਹ ਮਾਰਨਾ, ਮੈਂ ਤਾਂ ਅੱਜ ਹੀ ਮਰ ਜਾਵਾਂ ਤਾਂ ਚੰਗਾ, ਕਿਉਂਕਿ ਉਹਨੇ ਖਾਊਗਾ ਕਿੱਥੋਂ। ਸੋ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ, ਕੈਪਟਨ ਸਾਹਿਬ ਨੂੰ, ਕਿ ਸੱਚਾਈ ਸਮਝੋ। ਇਹ ਕਰੋੜਾਂ ਦੀ ਆਬਾਦੀ ਵਾਲਾ ਦੇਸ਼ ਆ। ਜੇ 2 ਕਰੋੜ ਲੋਕ ਬਿਮਾਰ ਵੀ ਹੋ ਗਏ, ਉਹਨਾਂ 'ਚੋਂ 1 ਕਰੋੜ 95 ਲੱਖ ਠੀਕ ਵੀ ਹੋ ਗਏ, ਤਾਂ ਜੇ ਦੇਸ਼ ਵਿੱਚ 5-10 ਲੱਖ ਮਰੀਜ਼ ਨੇ, ਜਾਂ ਪੰਜਾਬ ਦੇ ਵਿੱਚ ਵੀ 10,000 ਮਰੀਜ਼ ਨੇ, ਤੇ ਉਹਨਾਂ ਦਾ ਤੁਸੀਂ ਵਧੀਆ ਇਲਾਜ ਕਰੋ, ਉਹਨਾਂ ਨੂੰ ਵਧੀਆ ਫੈਸਿਲਿਟੀ ਦਿਓ, ਬਾਕੀ ਲੋਕਾਂ ਨੂੰ ਕੰਮ ਕਰਨ ਦਿਓ। ਇੱਥੇ ਸਾਡੇ ਵਿੱਚ ਜਿਹੜੇ ਆ ਸਾਰਾ ਵਪਾਰ ਮੰਡਲ ਤੋਂ, ਬਾਜ਼ਾਰ ਤੋਂ ਦੁਕਾਨਦਾਰ ਆਏ ਨੇ, ਜਿਹੜੇ ਇਹ ਕਹਿੰਦੇ ਕਿ ਸਾਡੀਆਂ ਕਿਰਾਏ ਦੇ ਦੁਕਾਨਾਂ ਜੀ, ਸਾਨੂੰ ਕਿਰਾਇਆ ਕੋਈ ਨਹੀਂ ਛੱਡਦਾ ਮਾਲਕ। ਉਹ ਕਹਿੰਦੇ ਕਿਰਾਇਆ ਪਹਿਲੋਂ ਦਿਓ, ਫਿਰ ਦੁਕਾਨ ਤੁਹਾਨੂੰ ਦੇਣੀ ਹੈ। ਤੇ ਅਸੀਂ ਕਿਰਾਇਆ ਵੀ ਦਿੰਨੇ, ਬਿਜਲੀ ਦੇ ਬਿੱਲ ਵੀ ਦਿੰਨੇ, ਤਾਂ ਜੇ ਲਾਕਡਾਊਨ ਰਹੂਗਾ ਸਾਨੂੰ ਸਰਕਾਰ ਦੇਵੇਗੀ? ਸਰਕਾਰ ਉਹਦੇ ਬਾਰੇ ਚੁੱਪ ਆ, ਪਾਬੰਦੀਆਂ ਲਾਈ ਜਾਂਦੇ, ਤੁਗਲਕੀ ਫਰਮਾਨ ਜਾਰੀ ਕਰੀ ਜਾਂਦੇ। ਸੋ ਇਸ ਕਰਕੇ ਸਾਂਝਾ ਫਰੰਟ, ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫਰੰਟ ਪਹਿਲਾਂ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੀਡ ਕਰਦਾ ਆ। ਅੱਜ ਫਿਰ ਅਸੀਂ ਆਏ ਆ, ਤਾਂ ਸਰਕਾਰ ਨੂੰ ਇਹ ਸਿੱਧੀ ਖੁੱਲ੍ਹੀ ਚੇਤਾਵਨੀ ਆ ਕਿ ਜੇ ਜਲਦ ਇਹ ਪਾਬੰਦੀਆਂ ਨਾ ਹਟਾਈਆਂ ਤੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਤਿੱਖਾ ਸੰਘਰਸ਼ ਆਰੰਭ ਕੀਤਾ ਜਾਏਗਾ। ਉਹਦੇ ਵਿੱਚ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ, ਸਰਕਾਰ ਹੋਵੇਗੀ। ਤੁਸੀਂ ਇਹ ਲਿਖਤੀ ਸਰਕਾਰ ਤੱਕ ਜਾਂ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਆ ਭਈ ਅਸੀਂ ਤਿੱਖਾ ਸੰਘਰਸ਼ ਕਰਾਂਗੇ? ਦੇਖੋ, ਜਿਹੜੇ ਪ੍ਰਸ਼ਾਸਨ ਆ ਉਹ ਤਾਂ ਇਹ ਗੱਲ ਕਹਿੰਦੇ ਜੀ ਵੀ ਜੋ ਉੱਪਰੋਂ ਹੁਕਮ ਆਏ ਆ ਅਸੀਂ ਉਹਦੀ ਪਾਲਣਾ ਕਰਾਉਣੀ। ਤਾਂ ਫਿਰ ਇਹਨਾਂ ਨੂੰ ਅਸੀਂ ਪ੍ਰਸ਼ਾਸਨ ਨੂੰ ਕੀ ਕਵਾਂਗੇ ਜਾ ਕੇ? ਉੱਪਰੋਂ ਜਿਹੜੇ ਹੁਕਮ ਆਇਆ ਉਹ ਤੁਹਾਡੇ ਤੱਕ ਪਹੁੰਚਦੇ ਕਰਦੇ ਆ, ਥੱਲੜੇ ਹੁਕਮ ਵੀ ਤਾਂ ਉੱਪਰ ਪਹੁੰਚਦੇ ਕਰੂੰਗਾ ਪ੍ਰਸ਼ਾਸਨ। ਦੇਖੋ, ਅਸੀਂ ਪ੍ਰਸ਼ਾਸਨ ਨੂੰ ਦੱਸਣ ਦੀ ਬਜਾਏ ਅਸੀਂ ਤੇ ਅੱਜ ਇੱਥੇ ਇਕੱਠੇ ਹੋਏ ਆ, ਸਿੱਧਾ ਲੋਕਾਂ ਨੂੰ ਨਾਲ ਲੈ ਕੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ, ਕਿਉਂਕਿ ਪ੍ਰਸ਼ਾਸਨ ਦੇ ਹੱਥ ਖੜੇ ਉਹ ਕਹਿੰਦੇ ਜੀ ਸਾਨੂੰ ਤਾਂ ਉੱਪਰੋਂ ਹੁਕਮ ਆ, ਜੋ ਉੱਪਰੋਂ ਹੁਕਮ ਆਏਗਾ ਅਸੀਂ ਉੱਦਾਂ ਚੱਲਣਾ। ਤਾਂ ਫਿਰ ਅਸੀਂ ਥੱਲੇ ਪ੍ਰਸ਼ਾਸਨ ਨੂੰ ਕੀ ਦੱਸੀਏ?
ਤੇ ਪ੍ਰਸ਼ਾਸਨ ਦਾ ਵੀ ਫਰਜ਼ ਬਣਦਾ ਕਿ ਜੇ ਤੁਸੀਂ ਸਰਕਾਰਾਂ ਦੇ ਅਧੀਨ ਲੋਕਤੰਤਰ ਤਰੀਕੇ ਨਾਲ ਇੱਥੇ ਨੌਕਰਸ਼ਾਹ ਹੋ ਨਾ, ਤੇ ਲੋਕਾਂ ਦੀ ਸਰਕਾਰ ਨਾਲ ਖੁੱਲ੍ਹ ਕੇ ਗੱਲ ਕਰੋ, ਡਰੋ ਨਾ। ਡੀਸੀ ਸਾਹਿਬ ਨੂੰ ਬੇਨਤੀ ਕਰਦੇ ਹਾਂ, ਲੋਕਾਂ ਦੀਆਂ ਮੁਸ਼ਕਲਾਂ ਸਰਕਾਰ ਨੂੰ ਦੱਸੋ ਵੀਡੀਓ ਕਾਨਫਰੰਸ ਦੇ ਰਾਹੀਂ ਕਿ ਲੋਕ ਤਰਾਹ ਕਰ ਰਹੇ ਆ ਜੀ, ਵੀ ਉਹਨਾਂ ਦੀ ਸਮੱਸਿਆ ਦਾ ਹੱਲ ਕਰੋ। ਗੈਰ ਜ਼ਰੂਰੀ ਜ਼ਰੂਰੀ ਇਹ ਸਰਕਾਰਾਂ ਦੱਸਣਗੀਆਂ। ਹਰੇਕ ਦੁਕਾਨਦਾਰ ਜ਼ਰੂਰੀ ਆ, ਉਹਦੀ ਰੋਜੀ ਰੋਟੀ ਜੁੜੀ ਹੋਈ ਆ, ਉਹਦੇ ਦੁਕਾਨ ਤੇ ਕੋਈ ਲੇਬਰ ਕੰਮ ਕਰਦੀ, ਉਹਨੂੰ ਤਨਖਾਹ ਦੇਣੀ। ਇਸ ਕਰਕੇ ਜ਼ਰੂਰੀ ਗੈਰ ਜ਼ਰੂਰੀ ਦੀ ਕੋਈ ਪਰਿਭਾਸ਼ਾ ਨਹੀਂ, ਸਭ ਦੁਕਾਨਾਂ ਖੁੱਲ੍ਹਣੀਆਂ ਚਾਹੀਦੀਆਂ। ਸਾਰੀਆਂ ਦੁਕਾਨਾਂ ਜ਼ਰੂਰੀ ਨੇ। ਹੋਰ ਵੀ ਸੱਜਣ ਹੈਗੇ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਮੈਂ ਗੱਲ ਕਰ ਰਿਹਾ ਸੀਗਾ, ਸਾਡੇ ਨਾ ਲਾਗੇ ਕੋਈ ਲੱਕੜ ਦਾ ਕੰਮ ਕਰਦਾ ਮੁੰਡਾ ਇੱਕ, ਤੇ ਗੁਆਂਢੀ ਨੇ ਕੰਮ ਕਰਵਾਉਣਾ ਸੀ ਲੱਕੜ ਦਾ। ਉਹ ਉਹਨੂੰ ਫੋਨ ਕਰਦਾ, ਕਹਿੰਦਾ ਪਿੰਡੋਂ ਆ ਕੇ ਤੇ ਸਾਡਾ ਕੰਮ ਕਰ ਜਾ। ਉਹ ਜਿਹੜਾ ਪਿੰਡ ਵਾਲਾ ਕਾਰੀਗਰ ਹੈਗਾ ਉਹ ਕਹਿੰਦਾ ਮੈਂ ਨਹੀਂ ਆਉਣਾ ਸ਼ਹਿਰ ਨੂੰ। ਕਹਿੰਦਾ ਕਿਉਂ ਨਹੀਂ ਆਉਣਾ? ਕਹਿੰਦਾ ਜੇ ਮੈਂ ਸ਼ਹਿਰ ਆਇਆ ਤੇ ਲੋਕਡਾਊਨ ਹੈਗਾ ਤੇ ਪੁਲਿਸ ਨੇ ਕੁੱਟ-ਕੁੱਟ ਕੇ ਮੇਰੀ ਢੂਈ ਲਾਲ ਕਰ ਦੇਣੀ ਆ। ਐਦਾਂ ਸੱਚੀ ਗੱਲ ਆ ਜੀ। ਉਹ ਕਹਿੰਦਾ ਮੈਂ ਨਹੀਂ ਆਉਣਾ ਸ਼ਹਿਰ ਨੂੰ, ਪਰ ਉਹ ਰੋਂਦਾ ਵੀ ਹੈਗਾ। ਕਹਿੰਦਾ ਮੈਂ ਸਿੰਗੜੀ ਵਾਲਾ ਜੀ ਉਹੀ ਕਮਾਉਣਾ ਤੇ ਉਹੀ ਖਾਣਾ, ਪਰ ਉਹ ਕਹਿੰਦਾ ਪਿਛਲੇ 7 ਦਿਨਾਂ ਤੋਂ ਕਹਿੰਦਾ ਮੈਂ ਸ਼ਹਿਰ ਕੰਮ ਤੇ ਗਿਆ ਹੀ ਨਹੀਂ ਹੈਗਾ। ਸ਼ਾਇਦ ਉਹ ਜਿਹੜਾ ਨੌਜਵਾਨ ਹੈਗਾ ਉਹ ਸਰਕਾਰ ਨੂੰ ਲੱਗਦਾ ਗੈਰ ਜ਼ਰੂਰੀ ਕੰਮ ਆ ਉਹਦਾ, ਪਰ ਉਹਦੇ ਬੱਚੇ ਮੈਨੂੰ ਲੱਗਦਾ ਘਰ ਰੋਂਦੇ ਹੋਣਗੇ। ਕੀ ਕਹਿਣਾ? ਬਿਲਕੁਲ ਭੁਪਿੰਦਰ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ, ਇਦਾਂ ਦੀਆਂ ਗੱਲਾਂ ਨੂੰ ਗਰਾਊਂਡ ਲੈਵਲ ਤੇ ਅਸੀਂ ਮਹਿਸੂਸ ਕੀਤਾ। ਲੋਕਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਇਦਾਂ ਦੀ, ਔਰ ਸਾਨੂੰ ਸਥਿਤੀ ਦਾ ਪਤਾ ਆ। ਇਸੇ ਕਰਕੇ ਅਸੀਂ ਸਰਕਾਰ ਦੀਆਂ ਜਿਹੜੀਆਂ ਇਹੋ ਜਿਹੀਆਂ ਗਾਈਡਲਾਈਨਾਂ ਜਿਹੜੀਆਂ ਆਈਆਂ, ਉਹਦਾ ਅਸੀਂ ਕਰੜਾ ਜਿਹੜੀ ਆ ਉਹ ਵਿਰੋਧ ਕਰਦੇ ਹਾਂ। ਤੇ ਅਸੀਂ ਇਸ ਗੱਲ ਦੀ ਮੰਗ ਕਰਦੇ ਹਾਂ ਵੀ ਜਲਦ ਤੋਂ ਜਲਦ ਜਿਹੜੀਆਂ ਇਹ ਪਾਬੰਦੀਆਂ ਜਿਹੜੀਆਂ ਠਾ ਕੇ ਸਰਕਾਰ ਦੀ ਜਿਹੜੀ, ਜਿਸ ਕਰਕੇ ਲੋਕਾਂ ਨੇ ਜਿਸ ਮਕਸਦ ਲਈ ਸਰਕਾਰ ਚੁਣੀ ਹੁੰਦੀ ਆ, ਵੀ ਉਹਨਾਂ ਦੀ ਸੁਰੱਖਿਆ ਵਾਸਤੇ, ਉਹਨਾਂ ਦੀ ਸਿਹਤ ਸਹੂਲਤਾਂ ਵਾਸਤੇ ਸਰਕਾਰ ਜਿਹੜਾ ਉਹ ਪ੍ਰਬੰਧ ਕਰੇ। ਲੇਕਿਨ ਸਰਕਾਰ ਲੋਕਾਂ ਦੀਆਂ ਜਿਹੜੀਆਂ ਸਿਹਤ ਸਹੂਲਤਾਂ ਆ ਉਹਦੇ ਵੱਲ ਤਾਂ ਕੋਈ ਧਿਆਨ ਨਹੀਂ ਦੇ ਰਹੀ। ਤੇ ਕੈਪਟਨ ਸਾਹਿਬ ਆਪਣੇ ਜਾ ਕੇ ਇੱਕ ਸਾਈਡ ਤੇ ਉੱਥੇ ਪਹਾੜਾਂ ਦੇ ਵਿੱਚ ਉਹਨੇ ਆਪਣਾ ਇੱਕ ਬਣਾਇਆ ਆ ਬੰਗਲਾ, ਉਹਦੇ ਵਿੱਚ ਉਸ ਆਰਾਮ ਫਰਮਾ ਰਹੇ ਆ, ਤੇ ਲੋਕਾਂ ਤੋਂ ਉਹਨੂੰ ਕੋਈ ਚਿੰਤਾ ਨਹੀਂ। ਤੇ ਉੱਥੋਂ ਜਿਹੜੇ ਤੁਗਲਕੀ ਫਰਮਾਨ ਆ ਉਹ ਬਾਰ-ਬਾਰ ਜਿਹੜੇ ਜਾਰੀ ਕਰ ਰਹੇ ਆ, ਤੇ ਅਸੀਂ ਇਹਦੀ ਨਿਖੇਧੀ ਕਰਦੇ ਆ। ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਜੇ ਸਰਕਾਰ ਨੇ ਜਲਦ ਤੋਂ ਜਲਦ ਲੋਕਾਂ ਦੀਆਂ ਤਕਲੀਫਾਂ ਨੂੰ ਸੁਣ ਕੇ ਸਮਝ ਕੇ ਜੇ ਇਹ ਜਿਹੜੀਆਂ ਹਦਾਇਤਾਂ ਵਾਪਸ ਨਾ ਲਈਆਂ ਔਰ ਲੋਕਾਂ ਨੂੰ ਆਪਣੇ ਜਿਹੜੇ ਕਾਰੋਬਾਰ ਕਰਨ ਦੀ ਨਾ ਸਹੂਲਤ ਦਿੱਤੀ, ਤਾਂ ਅਸੀਂ ਜਲਦ ਤਿੱਖਾ ਸੰਘਰਸ਼ ਕਰਾਂਗੇ। ਤਿੱਖਾ ਸੰਘਰਸ਼ ਜਲਦ ਮਤਲਬ ਕਿੰਨੇ ਕੁ ਦਿਨ ਵੇਟ ਕਰੋਗੇ? ਕਿੰਨੇ ਘੰਟੇ ਜਾਂ ਕੁਛ ਇਦਾਂ ਹੈਗਾ ਕੋਈ ਸਮਾਂ? ਨਹੀਂ, ਅਸੀਂ ਚਾਹੁੰਦੇ ਹਾਂ ਕਿ ਵੀ ਅਸੀਂ ਜਿਹੜੇ ਹੋਰ ਵੀ ਲੋਕ ਆ ਵਪਾਰੀ ਵਰਗ ਨਾਲ ਜੁੜੇ ਆ ਜਾਂ ਹੋਰ ਵੀ ਵਰਗਾਂ ਦੇ ਨਾਲ ਜੁੜੇ ਆ, ਅਸੀਂ ਉਹਨਾਂ ਦੇ ਨਾਲ ਜਲਦ ਗੱਲ ਕਰਕੇ 1-2 ਦਿਨਾਂ ਦੇ ਵਿੱਚ ਹੀ ਅਸੀਂ ਜਿਹੜਾ ਫੈਸਲਾ ਲੈ ਲਵਾਂਗੇ। ਜ਼ਰੂਰ। ਮੈਂ ਇੱਥੇ ਵੀਰਾਂ ਨੇ ਆਖਿਆ ਹੈਗਾ, ਜਿਵੇਂ ਆਗੂਆਂ ਨੇ, ਕਿ ਇੱਥੇ ਬਾਜ਼ਾਰ ਵਾਲੇ ਵੀ ਆਏ ਹੈਗੇ, ਦੁਕਾਨਦਾਰ ਵੀ ਆਏ ਹੈਗੇ ਆ। ਆਪਾਂ ਗੱਲ ਕਰ ਲੈਂਦੇ ਆ, ਕਿਤੇ ਕੋਈ ਇਹ ਨਾ ਆਖੇ ਕਿ ਦੁਕਾਨਦਾਰ ਹੈ ਨਹੀਂ ਸੀਗੇ ਤੇ ਸਾਂਝੇ ਫਰੰਟ ਵਾਲੇ ਨੇ ਆਪਣੇ ਤੌਰ ਤੇ ਗੱਲ ਕਰ ਲਈ ਆ। ਦੁਕਾਨ ਵਾਲੇ ਵੀਰ ਜਿਹੜੇ ਹੈਗੇ ਨੇ, ਆਪਾਂ ਉਹਨਾਂ ਨਾਲ ਵੀ ਥੋੜੀ ਗੱਲ ਕਰ ਲੈਂਦੇ ਆ। ਜੀ ਜੀ ਭਾਈ ਸਾਹਿਬ, ਕਾਹਦੀ ਦੁਕਾਨ ਹੈ ਤੁਹਾਡੀ? ਗੈਰ ਜ਼ਰੂਰੀ ਚਾਹੁੰਦੇ ਕਿ ਜ਼ਰੂਰੀ ਵਾਲੀਆਂ ਦੁਕਾਨਾਂ ਤੁਹਾਡੀਆਂ? ਨਹੀਂ, ਸਾਡੀ ਤਾਂ ਸਬਜ਼ੀ ਵਾਲੀ ਹੈ ਜੀ, ਬਹੁਤ ਜ਼ਰੂਰੀ ਹੈ, ਜਿਹੜੀ ਹਰ ਕਸਟਮਰ ਹਰ ਚੀਜ਼ ਬੰਦੇ ਨੂੰ ਜ਼ਰੂਰੀ ਚਾਹੀਦੀ ਹੈ ਜੀ ਸਾਡੀ। ਤੇ ਸਬਜ਼ੀ ਵਾਲੀਆਂ ਤਾਂ ਖੁੱਲ੍ਹਦੀਆਂ ਮੇਰਾ ਖਿਆਲ ਆ। ਸਬਜ਼ੀ ਵਾਲੀਆਂ ਖੁੱਲ੍ਹਦੀਆਂ ਤਾਂ ਹੈ ਜੀ, ਜਿੱਦਾਂ ਸ਼ਨੀ ਐਤਵਾਰ ਬਿਲਕੁਲ ਬੰਦ ਰਹਿੰਦੀਆਂ ਵਾ। ਜਿਹੜਾ ਸਾਡਾ ਸੌਦਾ ਵੱਜ ਜਾਂਦਾ ਸ਼ੁੱਕਰਵਾਰ ਨੂੰ, ਸਾਨੂੰ ਸਾਰਾ ਦੂਜੇ ਸੋਮਵਾਰ ਨੂੰ ਆ ਕੇ ਸਾਰਾ ਸੁੱਟਣਾ ਪੈਂਦਾ। ਮਤਲਬ ਤੁਹਾਡਾ ਜਿਹੜਾ ਮਸਲਾ ਹੈਗਾ ਸ਼ਨੀ ਐਤਵਾਰ ਵਾਲਾ ਹੀ ਆ? ਹਾਂਜੀ ਜੀ, ਹਾਂਜੀ। ਸਾਡਾ ਸਾਰਾ ਨਹੀਂ, ਸਾਡੇ ਜਿੰਨੇ ਵੀ ਸਬਜ਼ੀ ਵਾਲੇ ਦੁਕਾਨਦਾਰ ਆ ਉਹਨਾਂ ਦਾ ਸਾਰਾ 10,000 ਤੋਂ 15,000 ਦਾ ਨੁਕਸਾਨ 3 ਦਿਨ 'ਚ ਹੋ ਰਿਹਾ ਜੀ। ਜੀ, ਇਹਨਾਂ ਦਾ ਮਸਲਾ ਹੈਗਾ ਜੀ ਸ਼ਨੀਵਾਰ ਦਾ ਤੇ ਐਤਵਾਰ ਦਾ, ਜਿਹੜਾ ਪੱਕਾ ਲੋਕਡਾਊਨ। ਜਿਹੜਾ ਹਫਤੇ 'ਚ ਬਾਕੀ ਦਿਨ ਜਿਹੜੇ ਹੈਗੇ ਆ ਉਹਦੇ ਬਾਰੇ ਤੁਹਾਡੀ ਕਾਹਦੀ ਦੁਕਾਨ ਆ ਜੀ? ਗੈਰ ਜ਼ਰੂਰੀ ਆ ਕਿ ਜ਼ਰੂਰੀ ਆ ਜੀ? ਜੀ ਭਾਈ ਜੀ, ਮੈਂ ਆਪਣੇ ਨਾ ਫਾਸਟ ਫੂਡ ਦਾ ਕੰਮ ਕਰਦਾ। ਜਦੋਂ ਸਾਡਾ ਕੰਮ ਸ਼ੁਰੂ ਹੁੰਦਾ ਨਾ 5 ਵਜੇ, ਉਸ ਵੇਲੇ ਇਹਨਾਂ ਦਾ ਲੋਕਡਾਊਨ ਲੱਗ ਜਾਂਦਾ। ਮੈਂ ਕੈਪਟਨ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ, ਜੋ ਵੀ ਹੁਕਮ ਦੇਣਾ ਹੁੰਦਾ ਆਪਣਾ ਥੋੜਾ ਜਿਹਾ ਮੂੰਹ ਸੰਭਾਲ ਕੇ ਹੁਕਮ ਦਿਆ ਕਰੋ, ਕਿਉਂਕਿ ਜਿਹੜੇ ਸਾਡੇ ਕੰਮ ਨੂੰ ਗੈਰ ਜ਼ਰੂਰੀ ਤੁਸੀਂ ਕਹਿ ਰਹੇ ਆ ਨਾ, ਉਹ ਸਾਡੀ ਰੋਜੀ ਰੋਟੀ ਆ। ਜਿਸ ਦਿਨ ਸਾਨੂੰ ਗੁੱਸਾ ਆ ਗਿਆ ਨਾ, ਉਸ ਦਿਨ ਫਿਰ ਬਹੁਤ ਕੁਝ ਹੋ ਜਾਣਾ। ਅਸੀਂ ਕੈਪਟਨ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡੇ ਕੰਮ ਨੂੰ ਗੈਰ ਜ਼ਰੂਰੀ ਨਾ ਕਿਹਾ ਜਾਵੇ। ਤਾਂ ਜਿਹੜੇ ਠੇਕੇ ਖੋਲ੍ਹੇ ਆ ਨਾ, ਠੇਕੇ ਅਸੀਂ ਬੰਦ ਵੀ ਕਰਾ ਸਕਦੇ ਹਾਂ ਅੱਜ, ਠੀਕ ਹੈ, ਪਰ ਤੁਹਾਡੇ ਅਸੀਂ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਚਾਹੁੰਦੇ। ਤੁਹਾਡੀ ਉਮਰ ਦੇਖੋ ਕਿੰਨੀ ਹੋ ਰਹੀ ਹੈ, ਠੀਕ ਹੈ ਜੀ, ਸਾਡੀ ਉਮਰ ਦੇਖੋ ਤੇ ਆਪਣੀ ਉਮਰ ਦੇਖੋ। ਸਾਨੂੰ ਕੋਈ ਓਏ ਵੀ ਕਹਿ ਦੇਵੇ ਨਾ, ਸਾਡਾ ਦਿਮਾਗ ਖਰਾਬ ਹੋ ਜਾਂਦਾ ਆ। ਤੁਹਾਨੂੰ ਲੋਕ ਥੂ ਕਰ ਰਹੇ ਆ ਤੁਹਾਡੇ ਉੱਤੇ, ਥੂ ਕਰ ਰਹੇ ਆ ਤੁਹਾਡੇ ਤੇ। ਤੁਹਾਨੂੰ ਸ਼ਰਮ ਹੋਣੀ ਚਾਹੀਦੀ ਕੈਪਟਨ ਸਾਹਿਬ ਜੀ। ਥੋੜਾ ਜਿਹਾ ਨਾ ਸਾਡੇ ਸਬਰ ਜੇ ਅਸੀਂ ਕਰਦੇ ਵੇ ਨਾ, ਤੁਸੀਂ ਇਹ ਨਾ ਸੋਚੋ ਕਿ ਅਸੀਂ ਕਾਨੂੰਨ ਦੀ ਪਾਲਣਾ ਕਰਦੇ ਆ। ਅਸੀਂ ਕਾਨੂੰਨ ਦੀ ਪਾਲਣਾ ਨਹੀਂ, ਡਰਦੇ ਆ ਲੋਕ ਤੁਹਾਡੇ ਕੋਲੋਂ। ਲੋਕ ਤੁਹਾਡੇ ਕੋਲੋਂ ਡਰਦੇ ਆ, ਇਹਨਾਂ ਦੇ ਕੋਲੋਂ ਲੋਕ ਡਰਦੇ ਆ। ਜਿਹੜੇ ਡੰਡਾ ਚਲਾਉਂਦੇ ਨਾ, ਇਹ ਡੰਡਾ ਚਲਾਉਣ ਨੂੰ ਅਸੀਂ ਵੀ ਚਲਾ ਸਕਦੇ ਆ। ਸਿਰਫ ਵਰਦੀ ਦਾ ਤੇ ਸਾਡੇ ਆ ਜਿਹੜੇ ਕੱਪੜੇ ਪਾਏ ਨਾ, ਇਹਨਾਂ ਦਾ ਫਰਕ ਹੁੰਦਾ ਜੀ।
ਸਕਦਾ ਨਾ, ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੰਦੇ ਆ, ਪਰ ਸਾਡੇ ਸਹੂਲਤਾਂ ਕੋਈ ਨਹੀਂ। ਪਿਛਲੀ ਵਾਰੀ ਲੋਕਡਾਊਨ ਲੱਗਾ 10 ਕਿਲੋ ਆਟਾ 2 ਕਿਲੋ ਦਾਲ, 2 ਕਿਲੋ ਦਾਲ ਨਾਲ ਬੰਦਾ ਕੀ ਤੁੜਕਾ ਕਿੱਦਾਂ ਲਾਣਾ, ਪਿਆਜ਼ ਕਿੱਥੇ ਆ ਭਾਜੀ, ਤੇਲ ਕਿੱਥੇ ਆ, ਸਾਬਣ ਕਿੱਥੇ ਆ, ਹਨਾ ਜੀ, ਸਭ ਕੁਝ ਚਾਹੀਦਾ ਜ਼ਰੂਰੀ। ਪਰ ਇਹਨੂੰ ਥੋੜੀ ਜੀ ਉਮਰ ਦਾ ਵੀ ਹਿਸਾਬ ਹੁੰਦਾ, ਥੋੜਾ ਜਿਹਾ ਕੈਪਟਨ ਸਾਹਿਬ ਦੀ ਉਮਰ ਹੈ ਨਾ ਥੋੜੀ ਜੀ ਜ਼ਿਆਦਾ ਹੋ ਗਈ ਆ, ਤੇ ਥੋੜਾ ਜਿਹਾ ਨਾ ਚਲੋ ਉਮਰ ਜ਼ਿਆਦਾ ਹੋ ਗਈ ਹੁਣ। ਉਮਰ ਇੱਕ ਅੱਧਾ ਫੇ ਵੀ ਐਮਐਲਏ ਵੀ ਹੁੰਦਾ ਨਾ, ਉਹ ਨਾਲ ਪੀਐਨ ਰੱਖਦੇ ਹੋ, ਚਲੋ ਮੈਨੂੰ ਤਾਂ ਕਹਿਣਾ ਵੀ ਨਹੀਂ ਆਂਦਾ ਕੀ ਹੁੰਦੇ ਉਹ, ਸੈਕਟਰੀ ਕੀ ਹੁੰਦੇ ਆ, ਸੈਕਟਰੀ ਹੁੰਦੇ ਉਹ ਰੱਖਦੇ ਆ। ਕੈਪਟਨ ਸਾਹਿਬ ਜੀ ਹੱਥ ਜੋੜ ਕੇ ਬੇਨਤੀ ਆ, ਜੇ ਤੁਹਾਡੇ ਕੋਲ ਸੈਕਟਰੀ ਦੀ ਤਨਖਾਹ ਨਹੀਂ ਦੇ ਹੁੰਦੀ ਨਾ, ਅਸੀਂ ਇੱਥੇ 20-25 ਬੰਦੇ ਬੈਠੇ ਆ, ਅਸੀਂ ਮਿਲ ਕੇ ਤਨਖਾਹ ਉਹਨੂੰ ਦੇ ਦਿਆ ਕਰਾਂਗੇ। ਪਲੀਜ਼ ਸਾਡੇ ਰਿਕੁਐਸਟ ਆ ਤੁਹਾਡੇ ਅੱਗੇ, ਤੁਸੀਂ ਉਹਨੂੰ ਰੱਖ ਲਓ, ਠੀਕ ਹੈ ਜੀ। ਕਿਰਪਾ ਕਰਕੇ ਫੈਸਲੇ ਸਹੀ ਸੁਣਾਓ। ਆ ਜਿਹੜੇ ਠੇਕੇ ਆ ਨਾ, ਠੇਕੇ ਬੰਦ ਕਰ ਦਿਓ ਸਾਨੂੰ। ਅਸੀਂ ਜਦੋਂ ਮੋਹਰ ਦੀ ਨੰਗੀ ਦਾ ਨਾ, ਸਾਡਾ ਦਿਮਾਗ ਬਹੁਤ ਖਰਾਬ ਹੁੰਦਾ ਆ। ਮੈਨੂੰ ਲੱਗਦਾ ਕਿ ਸਰਕਾਰ ਅੰਦਾਜ਼ਾ ਲਾ ਸਕਦੀ ਹੈ ਕਿ ਲੋਕ ਕਿੰਨੇ ਦੁਖੀ ਨੇ। ਹੋਰ ਦੁਕਾਨਦਾਰ ਵੀਰ ਕੋਈ ਹੈਗੇ ਨੇ? ਹਾਂਜੀ, ਕਾਹਦੀ ਦੁਕਾਨ ਆ ਜੀ ਤੁਹਾਡੀ? ਮੈਂ ਜੀ ਮਜ਼ਦੂਰੀ ਕਰਦਾ ਜੀ। ਅੱਛਾ ਜੀ। ਮੈਂ ਸ਼ੋਪ ਤੇ ਲੱਗਾ ਪਿਆ, ਮੈਂ ਕੰਮ ਤੋਂ ਵੀ ਆਵਾਜ਼ਾਰ ਹੋ ਕੇ ਬੈਠਾ ਪਿਆ ਹਾਂ ਜੀ। ਕਾਹਦੀ ਦੁਕਾਨ ਤੇ? ਮੈਂ ਕੱਪੜਿਆਂ ਦੀ ਦੁਕਾਨ ਤੇ ਸੁਨਿਆਰਾ ਬਾਜ਼ਾਰ ਕਰਦਾ। ਕਿੰਨੇ ਦਿਨ ਹੋ ਗਏ ਦੁਕਾਨ ਬੰਦ ਨੂੰ? ਅੱਜ ਜਿੱਦਾਂ ਦਾ ਲੋਕਡਾਊਨ ਲੱਗਾ ਪਿਆ ਉਸ ਦਿਨ ਦੀ ਦੁਕਾਨ ਬੰਦ ਆ ਜੀ। ਠੀਕ ਆ। ਘਰ ਵਿਹਲੇ ਬੈਠੇ ਪਏ ਆ, ਬੱਚਿਆਂ ਦੀਆਂ ਪੜ੍ਹਾਈਆਂ ਦੀਆਂ ਫੀਸਾਂ ਲੈ ਰਹੇ ਆ, ਸਕੂਲਾਂ ਦੇ ਦਾਖਲੇ ਹੋ ਰਹੇ ਆ, ਤੇ ਉਹ ਕਹਿੰਦੇ ਸਕੂਲ ਵਾਲੇ ਕਹਿੰਦੇ ਕਿ ਦਾਖਲੇ ਕਰਾਓ, ਪੈਸੇ ਦਿਓ। ਅੱਛਾ, ਉਹ ਤਾਂ ਜੇ ਦਾਖਲੇ ਤਾਂ ਹੋਣੇ, ਨਾਲੇ ਉਹ ਘਰ ਬੱਚੇ ਬੈਠੇ ਪਏ ਆ, ਉਹਨਾਂ ਦੀਆਂ ਫੀਸਾਂ ਵੀ ਸਾਨੂੰ ਦੇਣੀਆਂ ਪੈ ਰਹੀਆਂ। ਮਜ਼ਦੂਰ ਬੰਦਾ ਦੱਸੋ ਕਿੱਥੇ ਜਾਵੇ? ਮੈਨੂੰ ਲੱਗਦਾ ਕਿ ਆਹ ਜਿਹੜਾ ਦਰਦ ਹੈਗਾ ਆ, ਇਹ ਬੜਾ ਅਹਿਮ ਦਰਦ ਹੈਗਾ, ਇਹ ਵਿਚਾਰਨਯੋਗ ਦਰਦ ਹੈਗਾ। ਜੇ ਉਹ ਕੱਪੜੇ ਦੀ ਦੁਕਾਨ ਗੈਰ ਜ਼ਰੂਰੀ ਆ, ਦੁਕਾਨ ਬੰਦ ਹੈਗੀ ਆ, ਪਰ ਦੁਕਾਨ ਦੇ ਉੱਪਰ ਕੰਮ ਕਰਨ ਵਾਲੇ ਜਿਹੜੇ ਸੱਜਣ ਹੈਗੇ ਆ, ਉਹਨਾਂ ਦੇ ਪਰਿਵਾਰ ਦੇ ਹਾਲਾਤ ਇਦਾਂ ਦੇ ਹੈਗੇ ਨੇ। ਇਹਨਾਂ ਦਾ ਕਹਿਣਾ ਹੈਗਾ ਕਿ ਬੱਚਿਆਂ ਦੀ ਜਿਹੜੀ ਪੜ੍ਹਾਈ ਦਾ ਖਰਚਾ ਹੈਗਾ ਉਹ ਹੈਗਾ ਜਾਂ ਫੀਸਾਂ ਜਾਣੀਆਂ ਹੀ ਨੇ, ਭਾਵੇਂ ਬੱਚਿਆਂ ਨੇ ਸਕੂਲ ਨਹੀਂ ਵੀ ਜਾਣਾ ਹੈਗਾ। ਆਮਦਨ ਦਾ ਜ਼ਰੀਆ ਕੋਈ ਹੋਰ ਹੈਗਾ ਘਰ ਵਿੱਚ? ਕੋਈ ਜ਼ਰੀਆ ਨਹੀਂ ਭਾਜੀ। ਮੇਰੀ ਬੇਟੀ ਵੀ ਪੜ੍ਹਦੀ ਆ, ਮੇਰੇ 2 ਬੱਚੇ ਹੋਰ ਪੜ੍ਹਦੇ ਆ, ਮੈਨੂੰ ਘਰ ਸੰਭਾਲਣਾ ਮੁਸ਼ਕਲ ਹੋਇਆ ਪਿਆ। ਤੁਸੀਂ ਦੱਸੋ ਕੀ ਕਰੀਏ? ਹਰੇਕ ਚੀਜ਼ ਦੇ ਰੇਟ ਵਧੀ ਜਾਂਦੇ, ਹਰੇਕ ਚੀਜ਼ ਦੇ ਰੇਟ ਵਧੀ ਜਾ ਰਹੇ ਆ। ਤੁਹਾਡੇ ਹੱਕ 'ਚ ਤੁਹਾਡੇ ਲਈ ਹਾਂ ਦਾ ਨਾਰਾ ਮਾਰਦਾ ਕੋਈ? ਹਾਂ ਤਾਂ ਗਰੀਬਾਂ ਦੇ ਹੱਕ ਦੇ ਵਿੱਚ ਕੌਣ ਹਾਂ ਦਾ ਨਾਰਾ ਮਾਰ ਦਿੰਦਾ? ਅੱਜ ਸਾਂਝੇ ਫਰੰਟ ਵਾਲੇ ਆਏ ਨੇ, ਤੁਹਾਡੇ ਹੱਕ 'ਚ ਹੀ ਆਏ ਨੇ। ਇਹ ਤਾਂ ਸਾਡੇ ਹੱਕ 'ਚ ਆਏ ਨੇ, ਪਰ ਜਿਹੜੀਆਂ ਸਰਕਾਰਾਂ ਗੰਦੀਆਂ ਆ, ਬੀਜੇਪੀ ਔਰ ਕਾਂਗਰਸ, ਚਲੋ ਅਸੀਂ ਬੀਜੇਪੀ ਨੂੰ ਤਾਂ ਕਹਿ ਨਹੀਂ ਸਕਦੇ ਕਿਉਂਕਿ ਬੀਜੇਪੀ ਹੈ ਨਹੀਂ ਇੱਥੇ ਪੰਜਾਬ 'ਚ। ਜਿਹੜੀ ਕਾਂਗਰਸ ਨਾ, ਇਹ ਵੀ ਮਤਲਬ ਕਿ ਜਿੱਦਾਂ ਜੋਕ ਹੁੰਦੀ ਨਾ ਕਿਸੇ ਗਰੀਬਾਂ ਦਾ ਖੂਨ ਚੂਸਣੇ ਵਾਲੀ, ਇਹ ਉਹ ਸਰਕਾਰ ਆ। ਪਰ ਹੁਣ ਅਸੀਂ ਇੱਕ ਵਾਰੀ ਇਹਨਾਂ ਨੂੰ, ਭਾਈ ਸਾਹਿਬ ਨੇ ਹੁਣ ਗੱਲ ਕੀਤੀ ਆ ਕਿ ਸਾਨੂੰ ਉਹ ਨਾ ਕੰਮ ਕਰਨਾ ਪਵੇ ਕਿ ਸਾਨੂੰ ਉੱਠ ਕੇ ਮਤਲਬ ਕਿ ਯੁੱਧ ਦੀ ਤਿਆਰੀ ਕਰਨੀ ਪੈ ਜਾਵੇ, ਕਿਉਂਕਿ ਸਾਡੇ ਵੀ ਸਬਰ ਦੇ ਮਨ ਟੁੱਟਦੇ ਪਏ ਆ ਜੀ। ਅੰਦਾਜ਼ਾ ਲਾਇਆ ਜਾ ਸਕਦਾ ਲੋਕਾਂ ਦੇ ਅੰਦਰਲਾ ਜਿਹੜਾ ਦਰਦ ਹੈਗਾ, ਦੁੱਖ ਜਿਹੜਾ ਹੈਗਾ, ਉਹ ਬਾਹਰ ਨਿਕਲ ਰਿਹਾ ਹੈਗਾ ਉਹਨਾਂ ਦੇ ਲਫ਼ਜ਼ਾਂ ਰਾਹੀਂ ਵੀ, ਔਰ ਉਹਨਾਂ ਦੇ ਜਿਹੜੇ ਚਿਹਰਿਆਂ ਦੇ ਹਾਵ ਭਾਵ ਹੈਗੇ ਆ, ਉਹ ਵੀ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ। ਤੁਹਾਡੀ ਦੁਕਾਨ ਗੈਰ ਜ਼ਰੂਰੀ ਹੈ ਜੀ ਕਿ ਜ਼ਰੂਰੀ ਹੈ? ਮਾਫੀ ਚਾਹੁੰਦਾ, ਮੈਂ ਥੋੜਾ ਜਿਹਾ ਮਜ਼ਾਕ ਇਸ ਕਰਕੇ ਕਰਦਾ, ਕੈਪਟਨ ਨੂੰ ਮਜ਼ਾਕ ਕਰਦਾ ਹੈਗਾ, ਮੈਂ ਸਰਕਾਰ ਨੂੰ ਮਜ਼ਾਕ ਕਰਦਾ, ਤੁਹਾਨੂੰ ਮਜ਼ਾਕ ਨਹੀਂ ਕਰਦਾ। ਤਾਂ ਅਸੀਂ ਸੋਚ ਰਹੇ ਹਾਂ ਕਿ ਕਿਹੜੀ ਚੀਜ਼ ਜ਼ਰੂਰੀ ਆ, ਕਿਹੜੀ ਨਹੀਂ ਜ਼ਰੂਰੀ ਹੈਗੀ। ਜ਼ਰੂਰੀ ਤਾਂ ਹਰ ਇੱਕ ਚੀਜ਼ ਜ਼ਰੂਰੀ ਆ। ਸਾਡਾ ਆਪਣਾ ਕੋਸਮੈਟਿਕ ਦਾ ਕੰਮ ਹੈਗਾ ਜੀ, ਮੇਰੀ ਵਾਈਫ ਕਰਦੇ ਆ, ਉਹਨਾਂ ਦਾ ਪਾਰਲਰ ਦਾ ਹੈਗਾ, ਮੇਰਾ ਕੋਸਮੈਟਿਕ ਦਾ ਹੈਗਾ ਜੀ, ਅਸੀਂ ਕਰਦੇ ਹਾਂ। ਹੁਣ ਜ਼ਰੂਰੀ ਤਾਂ ਹਰੇਕ ਚੀਜ਼ ਹੈਗੀ ਆ। ਘਰ ਵਿੱਚ ਕਿੰਨੇ ਜੀ ਨੇ ਪਰਿਵਾਰ ਦੇ? ਫਾਦਰ ਆ, ਮਦਰ ਆ, ਆਪਣੇ 5-6 ਜੀ ਹੈਗੇ ਆ ਜੀ, ਬੇਟੀ ਹੈਗੀ ਮੇਰੀ ਇੱਕ ਛੋਟੀ। ਹੁਣ ਦੁਕਾਨ ਕਿੰਨੇ ਦਿਨਾਂ ਤੋਂ ਬੰਦ ਹੈ? ਦੁਕਾਨ ਸਾਡੀ ਹਫਤੇ ਤੋਂ ਬੰਦ ਹੈਗੀ ਹੈ ਜੀ। ਘਰ ਵਿੱਚ ਆਮਦਨ ਦਾ ਜ਼ਰੀਆ ਕੋਈ ਹੋਰ ਹੈਗਾ? ਆਮਦਨ ਦਾ ਜ਼ਰੀਆ ਕੋਈ ਨਹੀਂ ਹੈਗਾ ਜੀ ਹੋਰ, ਬਸ ਫਾਦਰ ਸਾਹਿਬ ਹੈਗੇ ਆ, ਡਰਾਈਵਿੰਗ ਕਰਦੇ ਆ, ਬਸ ਇੱਕੋ ਹੀ ਲਾਸਟ ਜ਼ਰੀਆ ਹੈ। ਕੈਪਟਨ ਸਾਹਿਬ ਤੇ ਕਹਿੰਦੇ 15 ਮਈ ਤੱਕ, ਘੱਟੋ ਘੱਟ 15 ਮਈ ਤੱਕ, ਉਸ ਤੋਂ ਬਾਅਦ ਵਧਾ ਵੀ ਸਕਦੇ ਆ। ਕੀ ਕਹਿਣਾ ਚਾਹੁੰਦੇ ਹੋ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ? ਇਹ ਤਾਂ ਜੀ ਬਿਲਕੁਲ ਇੱਕ ਧੱਕਾ ਹੋ ਰਿਹਾ ਹੈ ਆਮ ਜਨਤਾ ਦੇ ਨਾਲ, ਜ਼ਿਆਦਾਤਰ ਹੋ ਰਿਹਾ ਹੈ। ਜਿਹੜੇ ਗਰੀਬ ਵਰਗ ਦੇ ਲੋਕ ਆ ਉਹਨਾਂ ਨਾਲ ਧੱਕਾ ਹੋ ਰਿਹਾ ਆ। ਜਿਹੜੀ ਮੇਨ ਚੀਜ਼ ਆ ਉਹਨੂੰ ਫੜਨ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਹੈਗਾ ਆ। ਇਹ ਕਰੋਨਾ ਆਇਆ ਕਿੱਥੋਂ ਆ, ਕੀ ਕਿਹਨੇ ਕੀਤਾ ਹੈਗਾ, ਕੋਈ 5G ਨੈਟਵਰਕ ਦੀ ਗੱਲ ਕੋਈ ਨਹੀਂ ਕਰਦਾ ਹੈਗਾ ਆ। ਜਿਹੜਾ ਆਮ ਜਨਤਾ ਦੇ ਵਿੱਚ ਲਾਂਚ ਕੀਤਾ ਜਾ ਰਿਹਾ ਆ, ਬੜੇ ਆਰਾਮ ਨਾਲ ਲਾਂਚ ਕੀਤਾ ਜਾ ਰਿਹਾ ਹੈ। ਇਹ ਲੋਕਡਾਊਨ ਵੀ ਸਿਰਫ ਇੱਕ ਜ਼ਰੀਆ ਹੈਗਾ ਆ। ਇਹ ਹਰ ਜਗ੍ਹਾ ਦੇ ਉੱਤੇ ਆਪਣੇ ਨੈਟਵਰਕ ਲਗਾ ਰਹੇ ਆ, 5G ਨੈਟਵਰਕ, ਜਿਹੜੇ ਧੜ ਨੈਟਵਰਕ ਚੱਲ ਰਹੇ ਆ। ਪਰ ਸਰਕਾਰ ਦਾ ਇਹ ਕਹਿਣਾ ਹੈਗਾ ਕਿ ਅਸੀਂ ਇਹ ਸਾਰਾ ਕੁਝ ਤਾਂ ਕਰਦੇ ਪਏ ਆ, ਲੋਕਡਾਊਨ ਪਈ ਤੁਹਾਡੀ ਸੁਰੱਖਿਆ ਵਾਸਤੇ, ਤੁਹਾਡੀ ਸਿਹਤ ਠੀਕ ਰਵੇ, ਕਰੋਨਾ ਵਾਇਰਸ ਦਾ ਤੁਹਾਡੇ ਤੇ ਹਮਲਾ ਨਾ ਹੋ ਜਾਵੇ, ਉਹ ਇਹ ਕਹਿੰਦੇ ਆ। ਸਰ ਇੱਕ ਦੇਖੋ, ਆਪਾਂ ਦੇਖਿਆ ਹੈਗਾ ਆ ਕਿ ਜੇ ਕਰੋਨਾ ਜੇ ਫੈਲ ਰਿਹਾ ਆ, ਕੋਈ ਬੰਦਾ ਘਰ 'ਚ ਬੈਠਾ ਹੈਗਾ ਆ, ਉਹਨੂੰ ਹੋ ਰਿਹਾ, ਹੋਰ ਤਾਂ ਕਿਸੇ ਨੂੰ ਨਹੀਂ ਹੋ ਰਿਹਾ ਹੈਗਾ ਆ ਜੀ। ਦੇਖੋ ਆਮ ਜਿਹੜਾ ਹੈਗਾ ਇਹ 50 ਸਾਲ ਪਹਿਲਾਂ ਤੋਂ ਬਿਮਾਰੀਆਂ ਚੱਲਦੀਆਂ ਨੇ, ਖੰਘ, ਰੇਸ਼ਾ, ਬੁਖਾਰ ਨੋਰਮਲ ਆ। ਜਦੋਂ ਇਸ ਦਾ ਮੌਸਮ ਹੁੰਦਾ ਹੈ, ਜਦੋਂ ਸਰਦੀ ਖਤਮ ਹੁੰਦੀ ਆ, ਮੌਸਮ ਚੇਂਜ ਹੁੰਦਾ, ਜ਼ਿਆਦਾਤਰ ਇਹ ਉਦੋਂ ਹੁੰਦੀ ਆ। ਤੇ ਹੁਣ ਇੰਨੀ ਗਰਮੀ ਦੇ ਵਿੱਚ ਕਿਸੇ ਨੂੰ ਨਹੀਂ ਇਹਦੇ ਵਿੱਚ ਖੰਘ, ਰੇਸ਼ਾ, ਬੁਖਾਰ ਦੀ ਪ੍ਰੋਬਲਮ ਹੋਣੀ ਹੈਗੀ ਆ। ਤਾਂ ਫਿਰ ਵੀ ਇਹ ਕਹਿ ਰਹੇ ਆ ਵੀ ਬਸ ਆਕਸੀਜਨ ਲੈਵਲ ਘਟ ਰਿਹਾ। ਅਸੀਂ ਮਾਸਕ ਲਗਾਉਂਦੇ ਆ, ਸਾਨੂੰ ਨੋਰਮਲੀ ਸਾਹ ਖਿੱਚ ਕੇ ਆਉਂਦਾ ਆ, ਆਪਾਂ ਲਗਾਉਂਦੇ ਆ, ਸਾਨੂੰ ਖਿੱਚ ਕੇ ਆਉਂਦਾ ਆ।
ਆਕਸੀਜਨ ਲੈਵਲ ਘਟ ਰਿਹਾ ਆ। ਬਸ ਇਹੀ ਹੈ ਸਰ ਕਿ ਆਕਸੀਜਨ ਲੈਵਲ ਘਟਦਾ ਪਿਆ ਆ, ਉਹਨੂੰ ਕਰੋਨਾ ਹੈਗਾ ਆ ਜੀ। ਵੀਰ ਮੇਰੇ ਨਾਲ ਹੋਰ ਹਾਂ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ? ਇੱਕ ਸ਼ਾਇਦ ਮੈਂ ਤੁਹਾਡੇ ਵੱਲ ਵੀ ਆਉਣਾ ਜੀ। ਤੁਸੀਂ ਕਰੋਨਾ ਵਾਇਰਸ, ਸਰਕਾਰ ਕਹਿੰਦੀ ਕਿ ਅਸੀਂ ਤੁਹਾਨੂੰ ਬਚਾਉਣਾ ਚਾਹੁੰਦੇ ਹਾਂ, ਸਰਕਾਰ ਕਹਿੰਦੀ ਕਿ ਅਸੀਂ ਕਰੋਨਾ ਵਾਇਰਸ ਦੇ ਹਮਲੇ ਤੋਂ ਤੁਹਾਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਕਹਿੰਦੇ ਹਦਾਇਤਾਂ ਜਾਰੀ ਕਰਦੇ ਹਾਂ, ਘਰ ਰਹੋ, ਸੇਫ ਰਹੋ, ਸਰਕਾਰ ਕਹਿੰਦੀ ਹੈ। ਅਸੀਂ ਕਰੋਨਾ ਨਾਲ ਤਾਂ ਬਾਅਦ ਚੋਂ ਮਰਾਂਗੇ, ਪਹਿਲਾਂ ਭੁੱਖ ਨਾ ਮਰਾਂਗੇ। ਕਿਉਂਕਿ ਜਿੱਦਾਂ ਦੀ ਇਹ ਪਬਲਿਕ ਦੇ ਇਹਨਾਂ ਨੇ ਹਾਲਾਤ, ਜਾਂ ਮਜ਼ਦੂਰ ਰਿਕਸ਼ਾ ਚਲਾਉਣ ਵਾਲੇ ਦੇ, ਜਾਂ ਟੈਂਪੂ ਚਲਾਉਣ ਵਾਲੇ ਦੇ, ਜਾਂ ਹੋਰ ਰੇਹੜੀਆਂ ਲਾਉਣ ਵਾਲਿਆਂ ਦੇ ਹਾਲਾਤ ਬਣੇ ਪਏ ਨਾ, ਮੈਂ ਤਾਂ ਕਹਿੰਦਾ ਕਰੋਨਾ ਨਾਲ ਬਾਅਦ ਚੋਂ ਮਰਾਂਗੇ, ਪਹਿਲਾਂ ਭੁੱਖ ਨਾ ਮਰ ਜਾਵਾਂਗੇ। ਦੁਨੀਆ ਭਰ ਵਿੱਚ ਕਈ ਲੋਕ ਤੁਹਾਡੀ ਗੱਲ ਨੂੰ ਸੁਣਦੇ ਹੋਣਗੇ, ਹੋ ਸਕਦਾ ਬਹੁਤੇ ਜਿਹੜੇ ਬਾਹਰਲੇ ਅਗਾਂਹ ਵਧੂ ਮੁਲਕ ਹੈਗਾ, ਕਿਉਂਕਿ ਉੱਥੇ ਜਦੋਂ ਇਦਾਂ ਦੇ ਕੰਮ ਹੁੰਦੇ ਆ ਤੇ ਸਰਕਾਰ ਲੋਕਾਂ ਨੂੰ ਖਾਣਾ ਵੀ ਮੁਹੱਈਆ ਕਰਾਉਂਦੀ ਹੈ, ਉਹਨਾਂ ਨੂੰ ਮੁੱਢਲੀਆਂ ਜ਼ਰੂਰਤਾਂ ਜਿਹੜੀਆਂ ਹੁੰਦੀਆਂ ਨੇ ਉਹ ਵੀ ਮੁਹੱਈਆ ਕਰਾਉਂਦੀ ਹੈ। ਸ਼ਾਇਦ ਕਈਆਂ ਨੂੰ ਲੱਗਦਾ ਹੋਊਗਾ ਯਾਰ ਇਹ ਬੰਦੇ ਉਦਾਂ ਹੀ ਕਹੀ ਜਾਂਦੇ ਅਸੀਂ ਭੁੱਖ ਨਾ ਮਰ ਜਾਣਾ, ਸਰਕਾਰ ਤੁਹਾਨੂੰ ਕੁਝ ਦਿੰਦੀ ਨਹੀਂ ਹੈਗੀ। ਸਰਕਾਰ ਨੇ ਤਾਂ ਅੱਜ ਤੱਕ ਕੁਝ ਨਹੀਂ ਦਿੱਤਾ, ਨਾ ਨੌਕਰੀਆਂ ਦਿੱਤੀਆਂ ਆ। ਜੇ ਨੌਕਰੀਆਂ ਦਿੱਤੀਆਂ ਹੁੰਦੀਆਂ ਫਿਰ ਤਾਂ ਕਹਿੰਦੇ ਵੀ ਚਲੋ ਸਰਕਾਰੀ ਆ ਜਾਣੀ ਸੀ ਤਨਖਾਹ। ਮਜ਼ਦੂਰ ਬੰਦੇ ਆ, 9000 ਰੁਪਏ ਨੂੰ ਲੱਗਾ ਪਿਆ। ਤੁਸੀਂ ਦੱਸੋ 9000 ਨੂੰ ਕਿੱਦਾਂ ਘਰ ਚਲਾਵਾਂਗਾ? ਕਿਸੇ ਨੇ ਅਕਾਊਂਟ 'ਚ ਕੋਈ ਪੈਸੇ ਪਾਉਣ ਬਾਰੇ ਕੋਈ ਗੱਲ ਸੁਣੀ ਹੋਵੇ? ਤੁਹਾਡੇ ਅਕਾਊਂਟ 'ਚ ਸਰਕਾਰ ਨੇ ਕੋਈ ਪੈਸਾ ਪੂਆ ਪਾਇਆ, ਪੈਸਾ ਧੇਲਾ ਕੋਈ? ਆ ਜਿਹੜੇ ਬਾਕੀ ਵੀ ਸੀ ਉਹ ਵੀ ਉਹ ਕਢਾਉਣ ਨੂੰ ਫਿਰਦੀ ਪਈ ਆ ਸਰਕਾਰਾਂ ਤਾਂ ਜੀ। ਜਿਹੜੀਆਂ ਅਕਾਊਂਟ 'ਚ ਕਿਤੇ 1000 2000 ਰੁਪਇਆ ਸਰਕਾਰਾਂ ਦਾ ਇਸ ਵੇਲੇ ਉਹ ਵੀ ਕੋਸ਼ਿਸ਼ ਕਰ ਰਹੀਆਂ ਕਿ ਅਸੀਂ ਉਹ ਵੀ ਇਹਨਾਂ ਕੋਲ ਖਿੱਚ ਲਈਏ। ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਕਹਿਣ ਨੂੰ ਲਫ਼ਜ਼ ਕੋਈ ਨਹੀਂ ਹੈਗੇ। ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਲੋਕ ਕੀ ਸੋਚਦੇ ਆ ਸਰਕਾਰਾਂ ਦੇ ਬਾਰੇ। ਜੀ ਕੁਝ ਕਹਿਣਾ ਚਾਹੁੰਦੇ? ਧੰਨਵਾਦ ਜੀ। ਸਭ ਤੋਂ ਪਹਿਲਾਂ ਮੈਂ ਸਾਂਝ ਟੀਵੀ ਤੇ ਪ੍ਰੋਗਰਾਮ ਆਵਾਜ਼ ਦੀ ਉਦਾਰੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਆਵਾਜ਼ ਚੱਕੀ ਆ। ਮੈਂ ਇਹ ਕਹਿਣਾ ਚਾਹੁੰਦਾ ਕਿ ਮਾਨਯੋਗ ਕੈਪਟਨ ਸਾਹਿਬ ਨੂੰ ਇਹੀ ਕਹਿਣਾ ਚਾਹੁੰਦਾ ਕਿ ਜ਼ਰੂਰੀ ਤੇ ਗੈਰ ਜ਼ਰੂਰੀ ਜਿਹੜੀਆਂ ਦੁਕਾਨਾਂ ਆ ਉਹਦੇ ਵਿੱਚ ਸਾਨੂੰ ਤਾਂ ਕੋਈ ਫਰਕ ਨਜ਼ਰ ਨਹੀਂ ਆਇਆ ਕਿ ਕੀ ਹੁੰਦਾ ਆ। ਬਾਕੀ ਮੈਂ ਮਾਨਯੋਗ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਕਾਨੂੰਨ ਆ, ਲਾਅ ਐਂਡ ਆਰਡਰ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ, ਔਰ ਸਕੂਲ ਵੀ ਖੁੱਲ੍ਹਣੇ ਚਾਹੀਦੇ ਆ ਇਹਦੇ ਵਿੱਚ, ਕਿਉਂਕਿ ਬੱਚਿਆਂ ਦਾ ਭਵਿੱਖ ਖਰਾਬ ਹੁੰਦਾ ਆ। ਅਗਰ ਬਾਕੀ ਚੀਜ਼ਾਂ ਚੱਲਦੀਆਂ ਜਾਂ ਖੁੱਲ੍ਹੀਆਂ ਤਾਂ ਬੱਚਿਆਂ ਦਾ ਭਵਿੱਖ ਨਾ ਖਰਾਬ ਕਰਨ, ਔਰ ਸਕੂਲ ਔਰ ਕਾਲਜਾਂ ਨੂੰ ਖੋਲ੍ਹ ਕੇ ਆਪਣੇ ਬੱਚਿਆਂ ਨੂੰ ਭਵਿੱਖ ਬਣਾਉਣ ਦੇਣ, ਔਰ ਬੱਚਿਆਂ ਨੂੰ ਦਿਮਾਗ ਤੋਂ ਅਪਾਹਜ ਨਾ ਕਰਨ। ਧੰਨਵਾਦ ਜੀ। ਤੁਹਾਡੀ ਦੁਕਾਨ ਕਾਹਦੀ ਹੈ, ਕਾਰੋਬਾਰ ਕਾਹਦਾ? ਸਰ ਮੇਰੀ ਦੁਕਾਨ ਨਹੀਂ ਆ, ਮੈਂ ਪ੍ਰਾਈਵੇਟ ਜੌਬ ਕਰਦਾ। ਅੱਛਾ, ਕਾਹਦੀ ਜੌਬ ਕਰਦੇ ਹੋ? ਮੈਂ ਵਰਧਮਾਨ ਤੇ ਫੈਕਟਰੀ 'ਚ ਕੰਮ ਕਰਦਾ ਹਾਂ। ਚੱਲਦਾ ਤੁਹਾਡਾ ਕੰਮ? ਜਾਂਦੇ ਹੋ ਡਿਊਟੀ ਤੇ? ਹਾਂਜੀ ਹਾਂਜੀ ਜਾਂਦੇ ਹਾਂ। ਠੀਕ ਹੈ ਜੀ। ਭਾਈ ਸਾਹਿਬ ਡਿਊਟੀ ਤੇ ਜਾ ਰਹੇ ਨੇ, ਹੋਰ ਵੀ ਵੀਰ ਹੈਗੇ, ਆਪਾਂ ਉਹਨਾਂ ਨਾਲ ਵੀ ਥੋੜੀ ਥੋੜੀ ਗੱਲਬਾਤ ਕਰ ਲੈਂਦੇ ਆ। ਹਾਂਜੀ, ਸਮੋਸੇ ਖਾ ਰਹੇ ਹੋ ਜੀ ਤੁਸੀਂ, ਗੈਰ ਜ਼ਰੂਰੀ ਦੁਕਾਨਾਂ ਚਾਹੁੰਦੇ ਸਮੋਸੇ? ਭਲਾ ਪਤਾ ਕੁਛ ਹੈ ਤਾਂ ਜੀ ਸਭ ਕੁਝ ਜ਼ਰੂਰੀ ਹੈ ਜੀ। ਇਹ ਵੀ ਨਹੀਂ ਕਹਿ ਸਕਦਾ ਕਿ ਨਹੀਂ ਜ਼ਰੂਰੀ ਹੈ ਜੀ ਇਹ ਜੀ। ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਕਹਿੰਦੀ ਕਿ ਅਸੀਂ ਤੁਹਾਨੂੰ ਬਚਾਉਣਾ ਚਾਹੁੰਦੇ ਹਾਂ, ਤੁਹਾਡੀ ਸਿਹਤ ਦੀ ਫਿਕਰ ਵਾ ਸਾਨੂੰ, ਇਸ ਕਰਕੇ ਅਸੀਂ ਕਹਿੰਦੇ ਆ ਵੀ ਸਟੇ ਹੋਮ, ਘਰੇ ਰਹੋ ਤੇ ਤੰਦਰੁਸਤ ਰਹੋ ਜੀ। ਉਹ ਵੀ ਗੱਲ ਉਹਨਾਂ ਦੀ ਠੀਕ ਆ, ਪਰ ਮੈਂ ਇਹ ਕਹਿਣਾ ਜੇ ਅਸੀਂ ਕੰਮ ਨਹੀਂ ਕਰਾਂਗੇ ਅਸੀਂ ਠੀਕ ਕਿੱਦਾਂ ਰਵਾਂਗੇ ਜੀ? ਸਾਡੇ ਤਾਂ ਆਰਥਿਕ ਹਾਲਾਤ ਸਾਡੇ ਖਰਾਬ ਹੀ ਹੋਏ ਨਹੀਂ ਜੇ ਕੰਮ ਨਾ ਕਰਾਂਗੇ। ਅਸੀਂ ਇਹੀ ਕਹਿਣਾ ਚਾਹੁੰਦੇ ਜੀ। ਹਾਂ, ਤੁਸੀਂ ਦੇਖਿਆ ਜੀ, ਘਰੇ ਰਵਾਂਗੇ ਤਾਂ ਬੱਚੇ ਦੁੱਧ ਵੀ ਮੰਗਦੇ ਆ, ਬੱਚੇ ਰੋਟੀ ਵੀ ਮੰਗਦੇ ਆ, ਬੱਚੇ ਹਰ ਇੱਕ ਚੀਜ਼ ਮੰਗਦੇ ਹੈਗੇ ਆ। ਚੰਦਨ ਲੱਕੀ ਜੀ ਕੀ ਕਹਿਣਾ ਚਾਹੁੰਦੇ ਹੋ? ਹੁਣ ਸਰਕਾਰ ਕਹਿੰਦੀ ਵੀ ਘਰੇ ਰਹੋ, ਹੁਣ ਦੁੱਖ ਬਹੁਤ ਜ਼ਿਆਦਾ ਹੈਗਾ, ਅੰਦਰ ਦਰਦ ਵੀ ਹੈਗਾ, ਪੀੜਾ ਵੀ ਹੈਗੀ ਆ, ਮਜ਼ਾਕ ਵੀ, ਹਾਸਾ ਵੀ ਆਉਂਦਾ ਹੈਗਾ ਸਰਕਾਰ ਦੀਆਂ ਇਹਨਾਂ ਹਦਾਇਤਾਂ ਦੇ ਉੱਪਰ ਜਿਹੜੀਆਂ ਸਰਕਾਰ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਨੇ। ਹੁਣ ਬੰਦਾ ਘਰੇ ਰਵੇ ਸਾਰਾ ਦਿਨ, ਸਵੇਰ ਤੋਂ ਲੈ ਕੇ ਰਾਤ ਤੱਕ, ਜਨਾਨੀ ਵੀ ਕਿੰਨੇ ਕੁ ਦਿਨ ਬਰਦਾਸ਼ਤ ਕਰੂੰਗੀ? ਬੱਚੇ ਵੀ ਛੋਟੇ ਹੈਗੇ, ਉਹਨਾਂ ਨੂੰ ਜੇ ਨਹੀਂ ਪਤਾ ਹੈਗਾ ਉਹਨਾਂ ਨੇ ਵੀ ਕਹਿਣਾ ਪਾਪਾ ਜਾਂਦਾ ਹੀ ਨਹੀਂ ਕੰਮ ਤੇ, ਅੱਗੇ ਜਾਂਦਾ ਸੀਗਾ ਕੁਝ ਲਿਆਉਂਦਾ ਸੀ ਰਾਤ ਨੂੰ, ਹੁਣ ਜਾਂਦਾ ਹੀ ਨਹੀਂ। ਦੁੱਖ ਬੜਾ ਹੈਗਾ। ਸਭ ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ, ਮੈਂ ਪਹਿਲਾਂ ਇੱਕ ਬੇਨਤੀ ਕਰਨਾ ਚਾਹੁੰਦਾ, ਜਿਹੜਾ ਇਹ ਕਰੋਨਾ ਵਾਇਰਸ ਬਿਮਾਰੀ ਫੈਲਾਈ ਆ, ਹੁਣ ਇਹਨਾਂ ਨੇ ਉਹਦੇ ਚੱਕਰ ਦੇ ਵਿੱਚ 7-8 ਦਿਨ ਤੋਂ ਲੋਕਡਾਊਨ ਲਾਇਆ ਪਿਆ ਆ। ਜਿਹੜਾ ਲੋਕਡਾਊਨ ਲਾਇਆ, ਮੈਂ ਪੰਜਾਬ ਸਰਕਾਰ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ, ਜਿਹੜੇ ਸ਼ੁੱਕਰਵਾਰ ਤੋਂ ਲੈ ਕੇ ਕਹਿੰਦੇ ਐਤਵਾਰ ਤੱਕ ਘਰੋਂ ਬਾਹਰ ਨਹੀਂ ਨਿਕਲਣਾ, ਜਿਹੜੇ ਬੰਦੇ ਸਵੇਰੇ ਡਿਊਟੀ ਜਾ ਕੇ ਸ਼ਾਮ ਨੂੰ ਘਰ ਵਾਪਸ ਆਉਂਦੇ ਆ, ਦਿਹਾੜੀ ਲਾ ਕੇ ਆਉਂਦੇ ਆ, ਉਹ ਬੰਦੇ ਜੋ ਸਵੇਰੇ ਕਮਾਇਆ ਸ਼ਾਮ ਨੂੰ ਉਹੀ ਖਾਂਦੇ ਆ। ਇਹ ਪੁੱਛਣਾ ਚਾਹੁੰਦਾ ਅਗਰ 3 ਦਿਨ ਦੇ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਕੁਝ ਦਿੱਤਾ, ਉਹ ਬੰਦੇ ਭੁੱਖੇ ਦੇ ਪਹਿਲਾਂ ਬਿਮਾਰੀ ਦਾ ਮਰਨਾ ਨਹੀਂ, ਉਹ ਭੁੱਖੇ ਮਰ ਜਾਣਾ ਉਹਨਾਂ ਨੇ। ਇੱਕ ਸਰ ਮੈਂ ਹੋਰ ਇਹ 'ਚ ਵੀ ਗੱਲ ਕਹਿਣਾ ਚਾਹੁੰਦਾ, ਸਰ ਕਿਸੇ ਧਿਆਨ 'ਚ ਨਹੀਂ ਆਇਆ, ਇਹ ਕਰੋਨਾ ਵਾਇਰਸ ਦੇ ਚੱਕਰ ਦੇ ਵਿੱਚ ਸਰਕਾਰ ਨੇ ਕਿਹੜੀ ਮਹਿੰਗਾਈ ਆ, ਉਹ ਦੇਖੋ ਸਰੋਂ ਦਾ ਤੇਲ ਜਿਹੜਾ 130 ਰੁਪਏ ਲੀਟਰ ਸੀਗਾ ਉਹ 200 ਰੁਪਏ ਲੀਟਰ ਹੋ ਗਿਆ ਇਹ 15-20 ਦਿਨ ਦੇ ਵਿੱਚ। ਉਹ 'ਚ ਬਾਅਦ ਰਿਫਾਈਨਡ ਕਢਾਇਆ 180-90 ਰੁਪਏ ਲੀਟਰ ਹੋ ਗਿਆ, ਪੈਟਰੋਲ ਵੱਧ ਗਿਆ, ਡੀਜ਼ਲ ਵੱਧ ਗਿਆ, ਗੈਸ ਵੱਧ ਗਈ, ਸਾਰਾ ਖੰਡ ਵੱਧ ਗਈ, ਦਾਲਾਂ ਵੱਧ ਗਈਆਂ। ਇਹ ਸਰਕਾਰਾਂ ਨੂੰ ਕਰੋਨਾ ਵਾਇਰਸ ਦੇ ਵਿੱਚ ਇਹ ਜਿਹੜੇ ਘਟਣੇ ਚਾਹੀਦੇ ਕਿ ਵਧਣੇ ਚਾਹੀਦੇ ਆ? ਉੱਤੇ ਕਰੋਨਾ ਵਾਇਰਸ ਲੋਕਾਂ ਨੂੰ ਮਾਰ ਰਹੀ ਆ, ਉੱਧਰੋਂ ਇਹ ਸਰਕਾਰ ਮਹਿੰਗਾਈ ਕਰਕੇ ਲੋਕਾਂ ਨੂੰ ਮਾਰ ਰਹੀ ਆ। ਇਹ ਸਰਕਾਰ ਨੂੰ ਪੁੱਛਣਾ ਚਾਹੁੰਦਾ, ਸਰਕਾਰ ਤਾਂ ਇਹ ਦਾਅਵੇ ਕਰਦੀ ਅਸੀਂ ਲੋਕਾਂ ਨੂੰ ਬਚਾ ਰਹੇ, ਸਰਕਾਰ ਲੋਕਾਂ ਨੂੰ ਬਚਾ ਨਹੀਂ ਰਹੀ, ਲੋਕਾਂ ਦੀ ਆਬਾਦੀ ਘਟਾ ਰਹੀ, ਲੋਕਾਂ ਨੂੰ ਮਾਰਨਾ ਚਾਹ ਰਹੀ ਆ। ਵਾਕਈ ਤੁਸੀਂ ਸੁਣੇ ਜੀ ਵਿਚਾਰ। ਮੇਰੇ ਨਾਲ ਵੈਦ ਖਲੀਲ ਅਹਿਮਦ ਜੀ ਹੈਗੇ ਨੇ। ਖਲੀਲ ਜੀ,
ਤੁਸੀਂ ਤੇ ਵੈਦ ਹੋ, ਡਾਕਟਰ ਹੋ, ਤੁਹਾਡਾ ਤੇ ਕੰਮ ਚੱਲਦਾ ਹੋਣਾ ਨਾ ਜੀ, ਦੁਕਾਨ ਖੁੱਲੀ ਹੈ ਜੀ। तू इधर उधर की ना बात कर, ये बता के काफिला क्यों लुटा। मुझे रहजनों से गिला नहीं, तेरी रहबरी का सवाल है। मैं सरकार ਨੂੰ ਇਹ ਕਹਿਣਾ ਚਾਹੁੰਦਾ ਕਿ ਬਿਲਕੁਲ ਅਸੀਂ ਪੂਰਾ ਸਮਰਥਨ ਸਰਕਾਰ ਨੂੰ ਬੰਦ ਦੇ ਸੱਦੇ ਲਈ ਦੇਵਾਂਗੇ, ਬਟ ਸਰਕਾਰ ਸਾਡੇ ਅਕਾਊਂਟਾਂ ਦੇ ਵਿੱਚ 50,000 ਰੁਪਏ ਮਹੀਨਾ ਪਾ ਦੇਵੇ। ਮੈਂ ਕਿਹਾ ਜੇ ਅਸੀਂ ਬਾਹਰ ਨਿਕਲ ਗਏ ਜਾਂ ਬਾਹਰ ਸਰਕਾਰ ਨੂੰ ਦਿਸ ਗਏ ਤਾਂ ਗੋਲੀ ਦਾ ਆਰਡਰ ਬਸ। ਨਹੀਂ ਤਦ ਵੀ ਗੱਲ ਨਹੀਂ ਬਣਨੀ ਹੈਗੀ। ਜੇ ਤੁਹਾਡੇ ਅਕਾਊਂਟ 'ਚ 50,000 ਰੁਪਏ ਪਾਤੇ, ਆ ਜਿਹੜੇ ਤੁਸੀਂ ਸਮੋਸੇ ਖਾ ਰਹੇ ਆ ਜਾਂ ਬਾਜ਼ਾਰੋਂ ਸਮਾਨ ਤਾਂ ਲੈ ਕੇ ਆਉਣਾ ਹੀ ਪੈਣਾ ਨਾ ਜੀ, ਦੁਕਾਨਾਂ ਤੇ ਖੁੱਲਣੀਆਂ ਚਾਹੀਦੀਆਂ ਤਦ ਵੀ। ਮੈਂ ਕਿਹਾ ਇਕੱਲੇ ਪੈਸੇ ਨਾਲ ਗੱਲ ਨਹੀਂ ਬਣਨੀ ਹੈਗੀ। ਜਿਹੜਾ ਆਪਾਂ ਕਾਰੋਬਾਰ ਕਰ ਰਹੇ ਹਾਂ ਨਾ, ਇਹ ਸਿਰਫ ਪੈਸੇ ਲਈ ਕਰ ਰਹੇ ਹਾਂ। 50,000 ਰੁਪਏ ਸਾਰੇ ਜਿੰਨੇ ਵੀ ਪੰਜਾਬ ਦੇ ਪੌਣੇ 3 ਕਰੋੜ ਲੋਕੀ ਨੇ ਉਹਨਾਂ ਦੇ ਅਕਾਊਂਟ ਦੇ ਵਿੱਚ 50,000 ਰੁਪਏ ਪਾ ਦੇਣ। ਸਿਰਫ ਰਾਸ਼ਨ ਦੀ ਦੁਕਾਨ ਖੁੱਲੀ ਹੋਵੇ, ਸਾਨੂੰ ਬਿਜਲੀ ਦਾ ਬਿੱਲ ਮਾਫ ਕਰ ਦੇਵੇ, ਦੁੱਧ ਦਾ ਬਿੱਲ ਸਰਕਾਰ ਦੇਵੇ। ਬੱਚੇ, ਮੇਰੀ ਬੇਟੀ ਸਕੂਲੇ ਜਾਂਦੀ ਹੈ, ਮੈਨੂੰ ਹੁਣ ਲੋਕਡਾਊਨ ਦੇ ਵਿੱਚ ਵੀ ਉਹਦੀ ਫੀਸ ਦੇਣੀ ਪੈ ਗਈ ਹੈ, ਅੱਜ ਮੈਂ ਫੀਸ ਜਮ੍ਹਾਂ ਕਰਾ ਕੇ ਆਇਆ। ਸੋ ਸਰਕਾਰ ਇਨ ਚੀਜ਼ਾਂ 'ਤੇ ਧਿਆਨ ਦੇਵੇ, ਆਪਾਂ ਪੂਰਾ ਸਮਰਥਨ ਕਰਾਂਗੇ, ਨਹੀਂ ਤਾਂ ਫਿਰ ਸੰਘਰਸ਼ ਤਾਂ ਤੇਜ਼ ਹੋਣਾ ਹੀ ਹੈ। ਭਾਈ ਸਾਹਿਬ ਕੁਝ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਮੈਂ ਕਿਸਾਨ ਹਾਂ, ਅਸੀਂ ਦਿੱਲੀ ਮੋਰਚੇ ਤੇ ਬੈਠੇ ਹਾਂ। ਮੈਂ ਆਪਣੀ ਕਣਕ ਸਾਂਭਣ, ਤੂੜੀ ਸਾਂਭਣ ਤੇ ਅੱਗੋਂ ਮੱਕੀ ਬੀਜਣ ਲਈ ਆਇਆ ਸੀ। ਜਦ ਮੈਂ ਕਣਕ ਮੱਕੀ ਤਾਂ ਸਾਂਭ ਲਈ, ਕਣਕ ਤੇ ਤੂੜੀ ਸਾਂਭ ਲਈ, ਤੇ ਮੈਂ ਮੱਕੀ ਦਾ ਬੀਜ ਲੈਣ ਗਿਆ ਤੇ ਲਾਚੋਵਾਲ ਦੁਕਾਨ ਤੇ ਉਹ ਕਹਿੰਦਾ ਜੀ ਮੈਂ ਦੁਕਾਨ ਨਹੀਂ ਖੋਲਣੀ, ਬਿਲਕੁਲ ਫੋਨ ਕੀਤਾ। ਉਹਨੇ ਜਵਾਬ ਦਿੱਤਾ ਵੀ 15,000 ਰੁਪਏ ਜੁਰਮਾਨਾ ਕਰ ਦੇ ਦੁਕਾਨ ਖੋਲ ਲਈ। ਤੇ ਫਿਰ ਉਹਦੇ ਨਾਲ ਹੀ ਇੱਕ ਸਾਈਕਲਾਂ ਵਾਲਾ ਸੀ, ਉਹ ਦੁਕਾਨ ਬੰਦ ਕਰਕੇ ਬੈਠੇ। ਕਹਿੰਦਾ ਜੀ ਜੇ ਮੈਂ ਦੁਕਾਨ ਖੋਲੀ, ਸਾਈਕਲ ਵਾਲਾ ਪੈਂਚਰ ਜਿਹਨੇ ਲਵਾਉਣਾ ਸੀ ਉਹ ਵਿਚਾਰਾ ਉੱਦਾਂ ਹੀ ਤੁਰ ਕੇ ਉੱਥੋਂ ਆਪਣੇ ਘਰ ਨੂੰ ਗਿਆ। ਉਹ ਕਹਿੰਦਾ ਜੇ ਮੈਂ ਦੁਕਾਨ ਖੋਲੀ ਤਾਂ ਪੁਲਿਸ ਵਾਲਿਆਂ ਮੇਰੇ ਆ ਡੰਡੇ ਫੇਰ ਕੇ ਮੇਰੇ ਨੂੰ ਐਨ ਰੱਦੀ ਕਰ ਦੇਣਾ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਇਸ ਵੇਲੇ ਇਹ ਦੁਕਾਨਾਂ ਜਿਹੜੀਆਂ ਸਾਰੀਆਂ ਖੁੱਲ੍ਹਣੀਆਂ ਚਾਹੀਦੀਆਂ, ਕਾਰੋਬਾਰ ਚੱਲਣੇ ਚਾਹੀਦੇ ਆ, ਔਰ ਤਾਈਓ ਹੀ ਇਸ ਦੇਸ਼ ਦਾ ਭਲਾ ਹੋਊਗਾ। ਇਹ ਲੁਟੇਰੀਆਂ ਸਰਕਾਰਾਂ ਆਪਣੀਆਂ ਕਮਜ਼ੋਰੀਆਂ ਨੂੰ ਦਬਾਉਣ ਦੇ ਵਾਸਤੇ ਇਸ ਢੰਗ ਦੇ ਨਾਲ ਕਰੋਨਾ ਲਾ ਕੇ ਜਾਂ ਸਾਡਾ ਮੂੰਹ ਬੰਦ ਕਰਨ ਵਾਸਤੇ ਬੇਰੁਜ਼ਗਾਰੀ, ਮਹਿੰਗਾਈ ਵੱਧ ਰਹੀ ਆ। ਇੱਕ ਪਟਵਾਰੀ ਕੋਲ 5-5 ਹਲਕੇ ਆ, ਉਹ ਕੰਮ ਨਹੀਂ ਹੋ ਰਿਹਾ। ਕੋਈ ਵੀ ਲੋਕਾਂ ਦੇ ਕੰਮ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਖੜੇ ਆ। ਲੋਕ ਬੜੇ ਦੁਖੀ ਆ। ਇਹ ਸਰਕਾਰਾਂ ਦੇ ਖਿਲਾਫ ਅਸੀਂ ਜਨਤਾ ਨੂੰ ਪੂਰਾ ਟ੍ਰੇਨਡ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਦੱਸਾਂਗੇ ਕਿ ਤੁਸੀਂ ਇਹਨਾਂ ਲੋਕਾਂ ਨੂੰ ਹੁਣ ਬਹੁਤੀ ਦੇਰ ਬੁੱਧੂ ਨਹੀਂ ਬਣਾ ਸਕਦੇ। ਸਕੂਲ ਬੰਦ ਕਰਕੇ ਇਹ ਲੋਕਾਂ ਨੂੰ ਬੁੱਧੂ ਬਣਾਉਣਾ ਚਾਹੁੰਦੇ ਆ ਲੋਕ। ਇਹ ਠੇਕੇ ਖੋ ਸਕਦੇ ਆ, ਸਕੂਲ ਬੰਦ ਰਹਿਣ। ਅੱਜ ਐਤਕੀ 10ਵੀਂ ਜਮਾਤ 'ਚੋਂ ਬਗੈਰ ਇਮਤਿਹਾਨ ਲਏ ਇਹਨਾਂ ਨੇ ਪਾਸ ਕੀਤੇ ਆ ਬੱਚੇ। ਕੀ ਇਹ ਗਲਤ ਨਹੀਂ? ਅਸੀਂ ਵੀ ਯੂਨੀਵਰਸਿਟੀ ਤੋਂ ਮੈਟ੍ਰਿਕ ਕੀਤੀ ਸੀ ਔਰ ਪਿੱਛੇ ਨੂੰ ਮੂੰਹ ਕਰਕੇ ਨਹੀਂ ਦੇਖ ਸਕਦੇ। ਔਰ ਅੱਜ ਇਸ ਢੰਗ ਦੇ ਨਾਲ ਜਿਹੜੇ ਬੱਚਿਆਂ ਨੂੰ ਇਹ ਚਾਹੁੰਦੇ ਆ ਵੀ ਇਹ ਬੁੱਧੂ ਦੇ ਬੁੱਧੂ ਰਹਿਣ ਔਰ ਸਾਨੂੰ ਕੋਈ ਸਵਾਲ ਨਾ ਕਰ ਸਕਣ। ਥੈਂਕ ਯੂ। ਸਟਿਆਣਾ ਜੀ, ਮੈਨੂੰ ਲੱਗਦਾ ਬਹੁਤ ਸਾਰੇ ਲੋਕ ਸਾਡੇ ਪੰਜਾਬ ਦੇ ਇਦਾਂ ਦੇ ਹੋਣਗੇ ਜਿਹੜੇ ਜਦੋਂ ਠੇਕੇ ਮੁਰਦੀ ਲੰਘਦੇ ਹੋਣੇ ਨਾ, ਜਦੋਂ ਠੇਕਾ ਖੁੱਲ੍ਹਾ ਦੇਖਦੇ ਆ ਉਹਨਾਂ 'ਚ ਜਾਨ ਪੈ ਜਾਂਦੀ ਹੋਣੀ ਆ, ਕਹਿੰਦੇ ਹੋਣੇ ਸ਼ੁਕਰ ਆ ਠੇਕਾ ਖੁੱਲ੍ਹਾ ਆ। ਇਦਾਂ ਵੀ ਹੈਗੀ ਆ। ਹਾਂ, ਜਿਨ੍ਹਾਂ ਨੂੰ ਪਿਆਕੜਾਂ ਨੂੰ ਇਹ ਹੈਗੀ ਆ ਇਲਤ, ਉਹ ਇਦਾਂ ਕਰਨਗੇ। ਪਰ ਜ਼ਿਆਦਾ ਲੋਕ ਜਿਹੜੇ ਆਪਣੇ ਕਾਰੋਬਾਰ ਕਰਕੇ ਮੈਜੋਰਟੀ ਜਿਹੜੀ ਆ ਉਹ ਦੁਖੀ ਆ ਵੀ ਸਾਡੇ ਕਾਰੋਬਾਰ ਬੰਦ ਆ, ਸਾਡੀਆਂ ਦੁਕਾਨਾਂ ਨਹੀਂ ਖੁੱਲ੍ਹ ਰਹੀਆਂ, ਅਸੀਂ ਰਿਪੇਅਰ ਦਾ ਕੰਮ ਕਰਨਾ ਸੀ, ਅਸੀਂ ਹੋਰ 100 ਕੰਮ ਕਰਨੇ ਸੀ। ਇਸ ਵਾਸਤੇ ਇਹ ਸਰਕਾਰ ਨੂੰ ਜਿਹੜੀ ਕਿ ਸਾਨੂੰ ਕਈ ਤਰ੍ਹਾਂ ਦੇ ਭੁਲੇਖੇ ਪਾ ਕੇ ਸਾਡੀਆਂ ਵੋਟਾਂ ਲੁੱਟ ਕੇ ਗੱਦੀਆਂ ਤੇ ਆ ਬੈਠੇ ਆ, ਪਰ ਹੁਣ ਮੌਕੇ ਤੇ ਕੋਈ ਵੀ ਮਸਲਾ ਹੱਲ ਨਹੀਂ ਕਰ ਰਹੇ, ਬਲਕਿ ਹਰ ਤਰ੍ਹਾਂ ਦੇ ਨਾਲ ਲੋਕ ਦੁਖੀ ਹੈਗੇ ਆ। ਬੇਰੁਜ਼ਗਾਰੀ, ਮਹਿੰਗਾਈ, ਕਿਹੜਾ ਕੰਮ ਹੈਗਾ ਜਿਹੜਾ ਲੋਕਾਂ ਦਾ ਹੋ ਰਿਹਾ? ਦੁਖੀ ਹੈਗੇ ਲੋਕ। ਸੋ ਦਰਸ਼ਕੋ, ਤੁਸੀਂ ਸੁਣੀਆਂ ਸਾਰਿਆਂ ਦੀਆਂ ਗੱਲਾਂ ਬਾਤਾਂ। ਇੱਕ ਦੋ ਸੱਜਣ ਹੋ ਰਹੇ ਹੈਗੇ ਨੇ, ਆਪਾਂ ਉਹਨਾਂ ਨਾਲ ਗੱਲ ਕਰਨੀ ਹੈ ਜ਼ਰੂਰ। ਜਿਹੜੀ ਗੱਲ ਜ਼ਿਆਦਾ ਉੱਭਰ ਕੇ ਹੁਣ ਤੱਕ ਜਿੰਨੇ ਵੀ ਸੱਜਣਾਂ ਨਾਲ ਮੈਂ ਗੱਲਬਾਤ ਕੀਤੀ ਹੈਗੀ ਆ, ਕਿਸੇ ਨੇ ਵੀ ਕੋਰੋਨਾ ਵਾਇਰਸ ਦਾ ਇੰਨਾ ਜ਼ਿਆਦਾ ਦੁੱਖ ਸਾਂਝਾ ਨਹੀਂ ਕੀਤਾ ਹੈਗਾ, ਉਹਦੇ ਬਾਰੇ ਇੰਨੀ ਜ਼ਿਆਦਾ ਗੱਲ ਨਹੀਂ ਕੀਤੀ ਹੈਗੀ ਜਿੰਨੀ ਭੁੱਖ ਦੇ ਨਾਲ ਮਰਨ ਦੀ ਗੱਲ ਕੀਤੀ ਹੈ, ਜਿੰਨੀ ਕਾਰੋਬਾਰਾਂ ਦੀ ਗੱਲ ਕੀਤੀ ਹੈ ਵੀ ਸਾਡੇ ਕਾਰੋਬਾਰ ਬੰਦ ਹੋ ਰਹੇ ਨੇ। ਸੋ ਇਹਦਾ ਮਤਲਬ ਇਹ ਹੈਗਾ ਕਿ ਲੋਕ ਇਹ ਚਾਹੁੰਦੇ ਹੈਗੇ ਆ ਕਿ ਅਸੀਂ ਕਿਤੇ ਕੋਰੋਨਾ ਵਾਇਰਸ ਤੋਂ ਪਹਿਲਾਂ ਕਿਤੇ ਭੁੱਖ ਦੇ ਨਾਲ ਨਾ ਮਰ ਜਾਈਏ, ਸਾਡੇ ਬੱਚੇ ਕਿਤੇ ਭੁੱਖ ਦੇ ਨਾਲ ਨਾ ਮਰ ਜਾਣ। ਲੋਕਾਂ ਨੂੰ ਇਸ ਗੱਲ ਦੀ ਜ਼ਿਆਦਾ ਚਿੰਤਾ ਆ। ਲੱਕੀ ਜੀ ਦੁਬਾਰਾ ਕੁਝ ਕਹਿਣਾ ਚਾਹੁੰਦੇ ਨੇ? ਸਰ, ਮੈਂ ਕਿਹਾ ਤੁਸੀਂ ਕਰੋਨਾ ਦੀ ਗੱਲ ਕਰ ਰਹੇ ਆ। ਹੁਸ਼ਿਆਰਪੁਰ ਦੇ ਵਿੱਚ ਇੱਕ ਬੜੀ ਖਬਰ ਬਹੁਤ ਵਾਇਰਲ ਹੋ ਰਹੀ ਆ ਤੁਹਾਡੇ ਸੋਸ਼ਲ ਮੀਡੀਆ ਤੇ। ਜਿਹੜੇ ਨੰਗਲ ਸ਼ਹੀਦਾਂ ਦੇ ਵਿੱਚ ਬੰਦੇ ਨੂੰ 8 ਦਿਨ ਤੋਂ ਕਰੋਨਾ ਹੋਇਆ ਪਿਆ ਆ, ਉਹ ਲਗਾਤਾਰ 8 ਦਿਨ ਤੋਂ ਸਿਵਲ ਹਸਪੀਟਲ ਦੇ ਫੋਨ ਕਰ ਰਿਹਾ ਕਿ ਮੈਨੂੰ ਕੋਈ ਕਿੱਟ ਦੇ ਦਿਓ, ਮੈਂ ਘਰ ਦੇ ਵਿੱਚ ਵੜਿਆ, ਮੈਨੂੰ ਕੋਈ ਦਵਾਈ ਦੇ ਦਿਓ।
ਹੁਸ਼ਿਆਰਪੁਰ ਦੇ ਵਿੱਚ ਕੋਈ ਬੰਦਾ ਦਵਾਈ ਦੇਣ ਤਾਂ ਗਿਆ ਨਹੀਂ, ਕੋਈ ਕਿੱਟ ਦੇਣ ਤਾਂ ਗਿਆ ਨਹੀਂ, ਤੇ ਇਹ ਕਰੋਨਾ ਦਾ ਇਲਾਜ ਕਿਸ ਨੇ ਕੀ ਕਰਨਾ ਇਹਨਾਂ ਨੇ? ਇਹ ਸਿਰਫ ਗੱਲਾਂ ਹੀ ਕਰੀ ਜਾਂਦੇ ਆ, ਕਿਸੇ ਦਾ ਕੋਈ ਭਲਾ ਨਹੀਂ ਕਰ ਰਹੇ। ਇੱਕ ਮੈਂ ਬੇਨਤੀ ਇਹ ਕਰਨਾ ਚਾਹੁੰਦਾ, ਜਿਹੜੇ ਬੰਦੇ ਦੁਕਾਨਦਾਰ ਸ਼ਾਮ ਨੂੰ ਰੇਹੜੀਆਂ ਲਾਉਂਦੇ ਆ, ਉਹਨਾਂ ਬੰਦੇ ਉਹ ਕਿੱਥੇ ਜਾਣ? ਕਰ ਸਵੇਰੇ ਚਲੋ 2 ਘੰਟੇ ਦੁਕਾਨ ਖੋਲ੍ਹਦੀ, 3 ਘੰਟੇ ਦੁਕਾਨ ਖੋਲ੍ਹਦੀ, ਉਹ ਆਪਣਾ ਰੋਟੀ ਪੇਟ ਪਾਲ ਸਕਦਾ। ਅੱਧੇ ਨਾਲ ਜ਼ਿਆਦਾ ਦੁਕਾਨ ਬੰਦ। ਜਿਹੜੀ ਰੇਹੜੀ ਵਾਲੇ ਗਰੀਬ ਆਦਮੀ ਆ, ਜਿਹੜੇ ਸ਼ਾਮ ਨੂੰ ਕਮਾ ਕੇ ਰੋਟੀ ਖਾਣੀ, ਸਾਰਾ ਰੋਟੀ ਕਿੱਥੋਂ ਖਾਣਗੇ? ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ, ਕਿਸੇ ਨੂੰ ਤੁਸੀਂ 1 ਰੁਪਿਆ ਦੇ ਨਹੀਂ ਸਕਦੇ, ਕਿਸੇ ਦਾ ਭਲਾ ਦਾ ਹੋਣ ਦਿਓ। ਇੰਨੀ ਗੱਲ ਕਹਿਣਾ ਚਾਹੁੰਦਾ ਜੀ ਬਸ। ਵਾਕਈ ਵਿਕਾਸ ਹੰਸ ਜੀ ਕੁਝ ਕਹਿਣਾ ਚਾਹੁੰਦੇ ਹੋ ਜੀ? ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਜਦੋਂ ਕੈਪਟਨ ਸਰਕਾਰ ਇਲੈਕਸ਼ਨਾਂ ਤੋਂ ਪਹਿਲਾਂ, ਤੁਸੀਂ ਖੁਦ ਜਾਣੂ ਆ ਵੀ ਇਹਨਾਂ ਨੇ ਇੱਕ ਨਾਅਰਾ ਦਿੱਤਾ ਸੀ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਪਰ ਅੱਜ 4.5 ਸਾਲ ਹੋਣ ਦੇ ਬਾਅਦ ਅੱਜ ਜਨਤਾ ਚਾਹੁੰਦੀ ਆ ਵੀ ਚਾਹੁੰਦਾ ਹੈ ਪੰਜਾਬ ਜਵਾਬ ਦੇਵੇ ਕੈਪਟਨ ਸਰਕਾਰ ਵੀ 4.5 ਸਾਲਾਂ 'ਚ ਅਸੀਂ ਜਨਤਾ ਦੇ ਹੱਕ ਦੇ ਵਿੱਚ ਕੀਤਾ ਕੀ ਆ। ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਣ ਵਾਲੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਜਿਨ੍ਹਾਂ ਨੇ ਵਾਅਦਾ ਕੀਤਾ ਸੀ ਵੀ ਮੈਂ 4 ਹਫ਼ਤਿਆਂ ਦੇ ਵਿੱਚ ਜਿਹੜਾ ਨਸ਼ਾ ਖਤਮ ਕਰ ਦੂੰਗਾ। ਤੁਸੀਂ ਇਤਿਹਾਸ ਦੇਖ ਲਓ ਪਿਛਲਾ ਫੋਲ ਕੇ 4.5 ਸਾਲ ਦਾ, ਅੱਜ ਤੱਕ ਜਦੋਂ ਦੀ ਕੈਪਟਨ ਸਰਕਾਰ ਹੋਂਦ ਵਿੱਚ ਆਈ ਆ, ਗਰੀਬ ਜਿਹੜੇ ਜ਼ੁਲਮ ਹੋ ਰਹੇ ਆ ਉਹ ਦਿਨੋਂ ਦਿਨ ਵੱਧ ਗਏ। 1 ਸਾਲ ਹੋ ਗਿਆ ਕਰੋਨਾ ਦੀ ਮਹਾਮਾਰੀ ਜਿਹੜੀ ਚੱਲਦੀ, ਸਰਕਾਰ ਕੋਲੋਂ ਉਹਦਾ ਇੱਕ ਹੱਲ ਨਹੀਂ ਲੱਭ ਹੋਇਆ। ਤੁਸੀਂ ਦੇਖ ਲਓ ਵੀ ਜੇ ਜ਼ਿਲ੍ਹੇ ਦੇ ਵਿੱਚ 20 ਲੱਖ ਬੰਦੇ ਦੀ ਆਬਾਦੀ ਆ, ਤਾਂ ਮੇਰੇ ਖਿਆਲ ਨਾਲ ਸਿਵਲ ਹਸਪੀਟਲ 'ਚ 20 ਤੋਂ ਵੱਧ ਬੈੱਡ ਨਹੀਂ ਹੋਣੇ ਆ। ਆਪਣੀ ਨਾਕਾਮੀ ਨੂੰ ਛੁਪਾਉਣ ਵਾਸਤੇ ਸਿਰਫ ਉਹ ਜਿਹੜੀ ਲੋਕਡਾਊਨ ਦਾ ਇੱਕ ਸਹਾਰਾ ਲੈ ਰਹੀ ਆ। ਇਹਨਾਂ ਨੂੰ ਇੱਕ ਜਿਹੜਾ ਕਰੋਨਾ ਵਾ ਸੰਜੀਵਨੀ ਬੂਟੀ ਮਿਲ ਗਈ ਆ। ਅੱਜ ਸਿੱਖ ਮੁਸਲਿਮ ਦਲਿਤ ਈਸਾਈ ਸਾਂਝੇ ਫਰੰਟ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ, ਜਿਹਦੇ ਵਿੱਚ ਵਪਾਰ ਮੰਡਲ, ਸੁਨਿਆਰੇ ਬਾਜ਼ਾਰ ਤੋਂ ਕੱਪੜਿਆਂ ਵਾਲੇ ਸਾਡੇ ਮਿੱਤਰ, ਹੋਰ ਜਿੰਨੇ ਵੀ ਜਿਹੜੇ ਦੁਕਾਨਦਾਰ ਸੀਗੇ ਅੱਜ, ਜਾਂ ਕੋਈ ਦੁਕਾਨ ਤੇ ਕੰਮ ਕਰਦਾ ਕੋਈ 5000 ਜਾਂ 6000 ਜਾਂ 7000 ਤੇ, ਅੱਜ ਉਹਨਾਂ ਦਾ ਦੁੱਖ ਜਿਹੜਾ ਸਾਂਝੇ ਫਰੰਟ ਕੋਲ ਉਹ ਆਏ ਸੀ। ਅੱਜ ਉਹਨਾਂ ਦਾ ਦੁੱਖ ਜਿਹੜਾ ਅਸੀਂ ਪ੍ਰੈਸ ਕਾਨਫਰੰਸ ਰਾਹੀਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਲਦ ਜੇ ਇਸ ਦਾ ਫੈਸਲਾ ਨਾ ਬਦਲਿਆ ਗਿਆ, ਜੋ ਪਾਬੰਦੀਆਂ ਸਰਕਾਰ ਨੇ ਗਰੀਬ ਬੰਦਿਆਂ ਤੇ ਲਾਈਆਂ, ਤੁਸੀਂ ਦੇਖੋ ਅੱਜ ਤੁਸੀਂ ਸਵੇਰ ਨੂੰ 8 ਵਜੇ ਇੱਕ ਲੋਕਡਾਊਨ ਆ, ਜੇ ਤੁਸੀਂ ਬਾਜ਼ਾਰ ਕੋਈ ਚੀਜ਼ ਲੈਣ ਜਾਂਦੇ ਤਾਂ ਪੁਲਿਸ ਡਾਂਗ ਫੜ ਕੇ ਨਾਲੇ ਤੁਹਾਡੇ ਡਾਂਗ ਮਾਰਦੀ ਔਰ ਨਾਲ ਤੁਹਾਡੇ ਹੱਥ 'ਚ 2000 ਦਾ ਚਲਾਨ ਕੱਟ ਕੇ ਫੜਾ ਦਿੰਦੀ। ਵੀ ਭੁੱਖ ਮਰੀ ਤਾਂ ਇੰਨੀ ਪਈ ਆ, ਕੰਮਕਾਰ ਹੈ ਨਹੀਂ, ਤੁਸੀਂ ਚਲਾਨ ਵੀ ਦਿੰਦੇ ਉੱਤੇ ਡਾਂਗਾ ਵੀ ਦਿੰਨੇ ਪਏ। ਔਰ ਪੁਲਿਸ ਜਿਹੜੀ ਆ ਇਹ ਵੀ ਇੱਕ ਇਸ ਟਾਈਮ ਜਿਹੜਾ ਸਰਕਾਰ ਦੇ ਅੰਡਰ ਜਿਹੜਾ ਮਾਫੀਆ ਦਾ ਕੰਮ ਕਰਦੀ ਪਈ ਆ, ਇਹ ਗੁੰਡਾਗਰਦੀ ਕਰ ਰਹੀ ਆ। ਗਰੀਬ ਬੰਦਾ ਜਿਹੜਾ ਆਪਣੇ ਘਰ ਆਟਾ ਨਹੀਂ ਕਿਲੋ ਲਿਆ ਸਕਦਾ, ਉਹਨੂੰ 2000 ਦਾ ਸਵੇਰੇ ਉੱਠਦੇ ਹੀ ਚਲਾਨ ਉਹਦੇ ਹੱਥ 'ਚ ਫੜਾਇਆ ਜਾਂਦਾ। ਔਰ ਸਾਂਝਾ ਫਰੰਟ ਵੱਲੋਂ ਅੱਜ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ, ਜੇ ਇਹ ਫੈਸਲਾ ਨਾ ਬਦਲਿਆ ਤੇ ਹੁਸ਼ਿਆਰਪੁਰ ਕੇ ਕੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਆ, ਸਾਂਝਾ ਫਰੰਟ ਸਾਰਿਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰੂਗਾ। ਕੀ ਕਰੋਗੇ? ਦੁਕਾਨਾਂ ਖੜੇ ਹੋ ਕੇ ਖਲਵਾਓਗੇ ਲੋਕਾਂ ਨੂੰ, ਲੋਕਾਂ ਦੀਆਂ ਵੀ ਤੁਸੀਂ ਦੁਕਾਨਾਂ ਖੋਲ੍ਹੋ, ਅਸੀਂ ਖੜੇ ਆ? ਜੇਕਰ ਜੋ ਵਪਾਰੀ ਅੱਜ ਜਿੱਦਾਂ ਸਾਡੇ ਨਾਲ ਆ ਕੇ ਜਿਨ੍ਹਾਂ ਨੇ ਸਾਨੂੰ ਅੱਜ ਸਮਰਥਨ ਦਿੱਤਾ, ਅਸੀਂ ਅੱਜ ਸ਼ਾਮ ਨੂੰ ਫਿਰ ਉਹਨਾਂ ਨਾਲ 1 ਜਾਂ 2 ਮੀਟਿੰਗਾਂ ਚੱਲ ਰਹੀਆਂ, ਗੱਲ ਹੋਈ ਆ, ਹੋਰ ਵੀ ਕਾਫੀ ਬੰਦੇ ਜਿਹੜੇ ਆ ਉਹ ਵੀ ਨਾਲ ਆਉਣ ਨੂੰ ਆ। ਜੇ ਹੋ ਸਕੇ ਤਾਂ ਅਸੀਂ ਇਹਨਾਂ ਦੇ ਨਾਲ ਖੜੇ ਹੋ ਕੇ ਜਿਹੜਾ ਬਾਜ਼ਾਰ ਆ ਖਿਲਾਵਾਂਗੇ। ਜੋ ਸੰਘਰਸ਼ ਬਾਕੀ ਜੋ ਬੈਠ ਕੇ ਰਣਨੀਤੀ ਤਿਆਰ ਕੀਤੀ ਜਾਊਗੀ, ਉਸ ਸੰਘਰਸ਼ ਦੇ ਪ੍ਰੋਗਰਾਮ ਲਿਖਾਂਗੇ। ਵਿਕਾਸ ਜੀ, ਅਖੀਰ ਦੇ ਵਿੱਚ ਜਿਹੜੇ ਪੁਲਿਸ ਵਾਲੇ ਹੈਗੇ ਆ, ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਤੁਸੀਂ ਵੀ ਆਖਿਆ ਕਿ ਨਾਲੇ ਉਹ ਡੰਡੇ ਮਾਰਦੇ ਆ ਤੇ ਨਾਲੇ ਫਿਰ 2000 ਦਾ ਚਲਾਨ ਕੱਟ ਕੇ ਹੱਥ 'ਚ ਫੜਾਉਂਦੇ ਆ, ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਕਿਉਂਕਿ ਉਹਨਾਂ ਨੂੰ ਸਰਕਾਰ ਵੱਲੋਂ ਹਦਾਇਤਾਂ ਆਉਂਦੀਆਂ ਨੇ ਤਾਂ ਉਹਨਾਂ ਨੇ ਤਾਂ ਉਹਦੀ ਪਾਲਣਾ ਕਰਨੀ ਆ, ਠੀਕ ਹੈ ਜੀ। ਔਰ ਮੈਂ ਵੇਖਦਾ ਹੈਗਾ ਕਿ ਜੇ ਤਾਂ ਕਿਸੇ ਨੇ ਮੂੰਹ ਦੇ ਉੱਪਰ ਮਾਸਕ ਲਾਇਆ ਹੋਇਆ, ਭਾਵੇਂ ਕਿੰਨਾ ਮਰਜ਼ੀ ਸੜਿਆ ਗਲਿਆ ਤੇ ਕਿੰਨਾ ਮਰਜ਼ੀ ਗੰਦਾ ਹੈਗਾ, ਜੇ ਉਹ ਗੰਦਾ ਮਾਸਕ ਲਾਇਆ ਹੈਗਾ ਤਾਂ ਫਿਰ ਕਹਿੰਦੇ ਲੰਘ ਜਾਓ, ਕੋਈ ਗੱਲ ਨਹੀਂ ਹੈਗੀ, ਫਿਰ ਠੀਕ ਵਾ। ਜੇ ਨਹੀਂ ਲਾਇਆ ਮਾਸਕ, ਕਹਿੰਦੇ ਆ ਜਾਓ ਇੱਧਰ ਨੂੰ। ਹਾਂਜੀ, ਹੱਲੇ ਡੰਡੇ ਵੈਸੇ ਜਿੱਦਾਂ ਪਿਛਲੇ ਵਰੇ ਸੀ ਨਾ, ਇਦਾਂ ਹੱਲੇ ਸ਼ੁਰੂ ਨਹੀਂ ਹੋਇਆ ਹੈਗਾ। ਕੁਝ ਕਹਿਣਾ ਚਾਹੁੰਦੇ ਹੋ ਪੁਲਿਸ ਵਾਲਿਆਂ ਨੂੰ? ਆਹੀ ਗੱਲ ਜਿਹੜੀ ਇੱਕ ਤਰਲਾ ਇੱਕ ਹੈਗਾ, ਮੇਰੇ ਤਾਂ ਅੰਦਰ ਦੁੱਖ ਬਹੁਤ ਜ਼ਿਆਦਾ ਹੈਗਾ ਕਿ ਜਿੱਦਾਂ ਤੁਸੀਂ ਆਖਿਆ ਹੈਗਾ ਕਿ ਉਹਦੇ ਕੋਲ ਵਿਚਾਰੇ ਕੋਲ ਪਤਾ ਨਹੀਂ ਪੈਸੇ ਹੈਗੇ ਕਿ ਨਹੀਂ ਹੈਗੇ, ਬੰਦੇ ਦੇ ਕੋਲ ਪਿੰਡੋਂ ਵਿਚਾਰਾ ਦਿਹਾੜੀ ਲਾਉਣ ਆਇਆ, ਡੰਡੇ ਵੀ ਖਾਂਦਾ ਹੈਗਾ, 2000 ਰੁਪਏ ਦਾ ਚਲਾਨ, ਉਹ ਮੁੜ ਕੇ ਪੈਸੇ ਗਿਣਦਾ, 2000 ਵੀ ਨਹੀਂ ਪੂਰੇ ਹੁੰਦੇ ਕਈ ਵਾਰੀ। ਕੁਝ ਕਹਿਣਾ ਚਾਹੁੰਦੇ ਹੋ ਪੁਲਿਸ ਵਾਲਿਆਂ ਨੂੰ? ਮੈਂ ਇਹੀ ਬੇਨਤੀ ਕਰਨੀ ਚਾਹੁੰਦਾ, ਮੈਂ ਕੁਝ ਦਿਨ ਪਹਿਲਾਂ ਇੱਕ ਆਪਾਂ ਥਾਣੇ ਦੇ ਵਿੱਚ ਬੈਠੇ ਸੀ SHO ਸਾਹਿਬ ਦੇ ਕੋਲ, ਉਹਨਾਂ ਦੇ ਮੂੰਹ ਦੇ ਲਫ਼ਜ਼ ਸੀਗੇ ਵੀ ਇੱਕ ਮਿਡਲ ਕਲਾਸ ਬੰਦੇ ਨੂੰ ਜਦੋਂ ਅਸੀਂ ਚਲਾਨ ਕੱਟਣ ਲਈ ਰੋਕਦੇ ਆ ਤਾਂ ਮੇਰੇ ਖਿਆਲ ਆ ਵੀ ਉਹਦੀ ਜੇਬ 'ਚ 200 ਰੁਪਈਆ ਵੀ ਨਹੀਂ ਹੈਗਾ। ਗੱਡੀ ਜ਼ਰੂਰ ਉਹਦੇ ਕੋਲ ਹੈਗੀ ਆ, ਪਰ ਜਿਹੜੇ ਥੱਲੇਲੇ ਮੁਲਾਜ਼ਮ ਆ, ਇਹ ਅੱਜ ਦੇ ਟਾਈਮ 'ਚ ਗੁੰਡਾਗਰਦੀ, ਜਿਵੇਂ ਕਿ ਤੁਸੀਂ ਦੇਖੋਗੇ ਕੋਈ ਫੋਰਚੂਨ ਜਿਹਦਾ ਨੰਬਰ 0005 ਹੋਊਗਾ ਤਾਂ ਉਹਨੂੰ ਮੇਰੇ ਖਿਆਲ ਨਾਲ ਉਹਦੇ ਮੂਹਰੇ ਆਉਣ ਤੋਂ ਵੀ ਡਰਦੇ ਨੇ, ਕਿਉਂਕਿ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਉਹਦੀ ਕੋਈ ਨਾ ਕੋਈ ਪਾਵਰ ਜਾਂ ਮੰਤਰੀ ਨਾ ਹੋਣੀ ਜਾਂ MLA ਨਾ ਹੋਣੀ, ਕਿਸੇ ਨਾ ਕਿਸੇ ਨਾਲ ਹੋਣੀ ਆ। ਇਹ ਦੇਖਦੇ ਜਿਹੜਾ ਸਭ ਤੋਂ ਥੱਲੇਲੇ ਗਰੀਬ
ਜਿਹੜਾ ਸਕੂਟਰ ਤੇ ਤੁਰਿਆ ਪਿਆ, ਜਿਹੜਾ ਤੁਸੀਂ ਦੇਖੋ ਪ੍ਰਸ਼ਾਸਨ ਕੀ ਕਰ ਰਿਹਾ, ਜਿਹੜਾ ਪੈਦਲ ਤੁਰਿਆ ਪਿਆ ਉਹਨੂੰ ਵੀ ਰੋਕ ਕੇ ਉਹਦਾ ਵੀ ਚਲਾਨ ਕੱਟਣ ਦੇ ਆ ਮਾਸਕ ਦਾ। ਦੇਖੋ ਮੈਂ ਇਹੀ ਬੇਨਤੀ ਕਰਦਾ ਵੀ ਇੰਨੀ ਕੁ ਸਮਝ ਤਾਂ ਸਾਰਿਆਂ ਨੂੰ ਹੈਗੀ ਹੈ, ਸਾਰੇ ਸਮਝਦਾਰ ਆ, ਜਿੰਨਾ ਹੋ ਸਕਦਾ ਤੁਸੀਂ ਸਹਿਯੋਗ ਪਾਓ। ਇਸ ਜਿਹੜੀ ਬਿਮਾਰੀ ਆ ਇਹ ਤਾਂ ਜਾਣੀ ਹੈ, ਪਤਾ ਨਹੀਂ ਜਾਣੀ ਕਿ ਨਹੀਂ ਜਾਣੀ। ਇਹ ਨਾ ਹੋਵੇ ਵੀ ਜਿਹੜੀਆਂ ਸਾਡੀਆਂ ਇਹ ਜਿਹੜਾ ਪੰਜਾਬ ਆ ਸੋਨੇ ਦੀ ਚਿੜੀ ਆ ਜਿਹਨੂੰ ਕਹਿੰਦੇ ਸੀ, ਇਹਦੇ 'ਚ ਰਹਿਣ ਵਾਲੇ ਲੋਕ ਹੀ ਨਾ ਕਿਤੇ ਰਹਿਣ। ਇਸ ਕਰਕੇ ਇਹੀ ਬੇਨਤੀ ਹੈ ਵੀ ਜਿੰਨਾ ਵੀ ਹੋ ਸਕਦਾ ਇਹ ਤੁਸੀਂ ਇਸ ਚੀਜ਼ ਨੂੰ ਅਵੋਇਡ ਕੀਤਾ ਜਾਵੇ। ਜ਼ਰੂਰ, ਜਿਵੇਂ ਵੀਰ ਹੋਰਾਂ ਨੇ ਗੱਲ ਕੀਤੀ ਆ ਕਿ ਪੁਲਿਸ ਵਾਲਿਆਂ ਨੂੰ ਵੀ ਇਹਨਾਂ ਨੇ ਅਪੀਲ ਕੀਤੀ ਆ ਕਿ ਸਾਰੇ ਜਣੇ ਥੋੜ੍ਹੀ ਜਿਹੀ ਸਮਝਦਾਰੀ ਵਰਤੋ। ਹੁਣ ਜਦੋਂ ਗੱਲ ਕਰ ਰਹੇ ਸੀਗੇ ਕਿ ਕੋਈ ਬੰਦਾ ਜਦੋਂ ਜਾਂਦਾ ਹੈਗਾ ਤੇ ਉਹ ਚਲਾਨ ਕੱਟਦੇ ਆ, 2000 ਰੁਪਈਆ ਵੀ ਨਹੀਂ ਕੋਲ ਪੂਰਾ ਹੁੰਦਾ ਕਈ ਵਾਰੀ। ਹੁਣ ਗੱਲ ਸੁਣ ਕੇ ਮੇਰਾ ਚਿੱਤ ਕਰਦਾ ਸੀ ਵੀ ਮੈਂ ਬਟੂਏ 'ਚੋਂ ਪੈਸੇ ਕੱਢ ਕੇ ਗਿਣ ਲਵਾਂ, ਪਰ ਮੈਂ ਰਹਿਣ ਦੇਣੇ ਗਿਣਨੇ ਨਹੀਂ ਹੈਗੇ ਕਿਉਂਕਿ 2000 ਤੋਂ ਘੱਟ ਹੀ ਹੋਣੇ ਆ। ਸੋ ਇਸ ਕਰਕੇ ਮੈਂ ਵੀ ਇੱਕ ਪੱਤਰਕਾਰ ਹੋਣ ਦੇ ਨਾਤੇ, ਪੰਜਾਬ ਦਾ ਵਾਸੀ ਹੋਣ ਦੇ ਨਾਤੇ ਸਰਕਾਰਾਂ ਨੂੰ ਅਪੀਲ ਕਰਨੀ ਚਾਹੁੰਦਾ ਹੈਗਾ। ਹਰ ਕੋਈ ਅਪੀਲਾਂ ਕਰ ਰਿਹਾ ਹੈਗਾ। ਜਦੋਂ ਮੈਂ ਲੋਕਾਂ ਦੇ ਵਿੱਚ ਜਾਂਦਾ ਹੈਗਾ, ਲੋਕਾਂ ਦੇ ਘਰਾਂ 'ਚ ਬਹਿ ਕੇ, ਲੋਕਾਂ ਦੇ ਮੰਜਿਆਂ ਦੇ ਉੱਪਰ ਬਹਿ ਕੇ ਉਹਨਾਂ ਦੀਆਂ ਇੰਟਰਵਿਊਜ਼ ਕਰਦਾ ਹੈਗਾ ਤਾਂ ਲੋਕ ਰੋਂਦੇ ਆ। ਜ਼ਿਆਦਾਤਰ ਜਿਹੜੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਸਰਕਾਰਾਂ ਦੇ ਮੁਤਾਬਕ ਉਹ ਗਰੀਬ ਲੋਕ ਹੈਗੇ ਆ, ਉਹਨਾਂ ਨੂੰ ਸਮਝ ਘੱਟ ਹੈਗੀ ਆ। ਸਰਕਾਰਾਂ ਦੇ ਮੁਤਾਬਕ ਮੈਂ ਕਹਿ ਰਿਹਾ ਗੱਲ, ਉਹ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਹੈਗਾ ਕਿ ਸਾਨੂੰ ਕਰੋਨਾ ਦੇ ਨਾਂ ਦੀ ਜਿਹੜੀ ਬਿਮਾਰੀ ਹੈਗੀ ਆ, ਸਾਨੂੰ ਉਹਦੇ ਬਾਰੇ ਕੋਈ ਇੰਨੀ ਜਾਣਕਾਰੀ ਨਹੀਂ ਹੈਗੀ, ਪਰ ਸਾਨੂੰ ਇਹ ਲੱਗਦਾ ਹੈਗਾ ਕਿ ਕਿਤੇ ਅਸੀਂ ਉਸ ਬਿਮਾਰੀ ਦੇ ਵਾਇਰਸ ਦੇ ਵਜ੍ਹਾ ਕਰਕੇ ਮਰਨ ਤੋਂ ਪਹਿਲਾਂ ਕਿਤੇ ਅਸੀਂ ਜਾਂ ਸਾਡੇ ਬੱਚੇ ਭੁੱਖ ਦੇ ਨਾਲ ਨਾ ਮਰ ਜਾਈਏ। ਜਿਨ੍ਹਾਂ ਦੀਆਂ ਹੋਰ ਦੁਕਾਨਾਂ ਹੈਗੀਆਂ ਨੇ ਸਰਕਾਰ ਦੇ ਮੁਤਾਬਕ ਜਿਹੜੀਆਂ ਗੈਰ ਜ਼ਰੂਰੀ ਨੇ, ਉਹਨਾਂ ਦੁਕਾਨਦਾਰਾਂ ਦਾ ਵੀ ਇਹੀ ਕਹਿਣਾ ਹੈਗਾ ਕਿ ਸਾਡੀਆਂ ਦੁਕਾਨਾਂ ਜੇ ਗੈਰ ਜ਼ਰੂਰੀ ਨੇ ਤਾਂ ਅਸੀਂ ਦੁਕਾਨ ਨਹੀਂ ਖੋਲਾਂਗੇ ਤਾਂ ਸਾਨੂੰ ਆਮਦਨ ਕਿੱਦਾਂ ਹੋਊਗੀ। ਜੇ ਸਾਨੂੰ ਆਮਦਨ ਨਹੀਂ ਹੋਊਗੀ ਤਾਂ ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿੱਦਾਂ ਕਰਾਂਗੇ। ਸੋ ਉਹਨਾਂ ਦੇ ਜਿਹੜੇ ਦੁੱਖ ਦਰਦ ਹੈਗੇ ਆ ਉਹ ਵੀ ਬੜੇ ਵੱਡੇ ਨੇ। ਆਸ ਕਰਦੇ ਆ ਕਿ ਸਰਕਾਰਾਂ ਇਹਨਾਂ ਗੱਲਾਂ ਵੱਲ ਜ਼ਰੂਰ ਗੌਰ ਕਰੂੰਗੀ ਔਰ ਇਹਨਾਂ ਸਵਾਲਾਂ ਦੇ ਜਵਾਬ ਸਰਕਾਰ ਦੇਣ ਵਾਸਤੇ ਜ਼ਰੂਰ ਸਾਹਮਣੇ ਆਊਗੀ। ਔਰ ਨਹੀਂ ਤਾਂ ਜਿਵੇਂ ਸਾਂਝੇ ਫਰੰਟ ਵਾਲੇ ਸੱਜਣ ਹੈਗੇ ਆ, ਇੱਦਾਂ ਹੀ ਹੋਰ ਵੀ ਲੋਕ ਉੱਠਣਗੇ ਪੰਜਾਬ ਦੇ ਵਿੱਚ, ਉਹ ਸਰਕਾਰਾਂ ਦੇ ਖਿਲਾਫ ਸੰਘਰਸ਼ ਵਿੱਢਣਗੇ। ਸੋ ਆਸ ਕਰਦੇ ਆ ਕਿ ਸਰਕਾਰਾਂ ਇਹਨਾਂ ਮਸਲਿਆਂ ਵੱਲ ਜ਼ਰੂਰ ਧਿਆਨ ਦੇਣਗੀਆਂ। ਬਹੁਤ ਬਹੁਤ ਧੰਨਵਾਦ ਜੀ।